नमस्कार, वेलकम टू बालाजी एजुकेशन पॉइंट। मैं आप सब दा बालाजी एजुकेशन पॉइंट दे प्राइवेट चैनल ते स्वागत करदा। जिवें कि दोस्तों तुसी जानदे हो, आपां एक सीरीज शुरू कीती हुई है जिहदे विच मैं पीएस टेट दे एटलीस्ट पिछले 10 साल दे जिहड़े पेपर ने उन्हां विच सब तो इंपोर्टेंट भंगोल दे यानी कि ज्योग्राफी दे जिहड़े क्वेश्चन ने उन्हां नूं डिटेल च डिस्कस करदा। ये अपनी इस सीरीज दा 5th पार्ट है। पहली दो वीडियोस दे विच मैंने पीएस टेट 2021 दा जिहड़ा पेपर सी ਉਹ ਚ ज्योग्राफी ਦੇ 27 क्वेश्चन ਸੀ ਉਹਨੂੰ ਪੂਰਾ ਡਿਟੇਲ ਚ ਡਿਸਕਸ ਕੀਤਾ ਸੀ। ਹਰ ਇੱਕ ਵੀਡੀਓ ਦਾ ਜਿਹੜਾ ਟਾਈਮ ਪੀਰੀਅਡ ਸੀ ਅਰਾਊਂਡ 40 ਮਿੰਟ ਸੀ। ਤੀਸਰੀ ਵੀਡੀਓ ਦੇ ਵਿੱਚ ਮੈਨੇ ਪੀਐਸ ਟੈਟ 2020 ਦੇ ਪੇਪਰ ਦੇ ਵਿੱਚ ਜਿੰਨੇ ਵੀ ज्योग्राफी ਦੇ ਕੁਐਸਚਨ ਆਏ ਸੀ ਉਹ ਡਿਸਕਸ ਕੀਤੇ ਸੀ। ਪਾਰਟ 4 ਦੇ ਵਿੱਚ ਫਰਵਰੀ 2018 ਦੇ ਵਿੱਚ ਜਿੰਨੇ ਵੀ ਪੀਐਸ ਟੈਟ ਦੇ ਵਿੱਚ ज्योग्राफी ਦੇ ਕੁਐਸਚਨ ਆਏ ਸੀ ਉਹਦੇ ਪਹਿਲੇ 9 ਕੁਐਸਚਨ ਡਿਸਕਸ ਕੀਤੇ ਸੀ। ਹੁਣ ਇਹ ਪਾਰਟ 5 ਹੈ। ਇਹਦੇ ਵਿੱਚ ਆਪਾਂ ਫਰਵਰੀ 2018 ਦੇ ਪੀਐਸ ਟੈਟ ਪੇਪਰ ਦੇ 9 ਤੋਂ ਅੱਗੇ ਜਿੰਨੇ ਵੀ ज्योग्राफी ਦੇ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਹੈਲੋ, ਦਿਸ ਲੈਕਚਰ ਇਜ਼ ਪ੍ਰੈਜ਼ੈਂਟਡ ਬਾਈ ਮੀ। ਮਾਈ ਨੇਮ ਇਜ਼ ਜਤਿਨ ਸਿੰਘਲਾ। ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਸਾਡਾ ਇੱਕ ਫ੍ਰੀ WhatsApp ਗਰੁੱਪ ਮਿਲੂਗਾ। ਇਸ WhatsApp ਗਰੁੱਪ ਦੇ ਵਿੱਚ ਅਸੀਂ ਟਾਈਮ ਟੂ ਟਾਈਮ ਜਿੰਨੇ ਵੀ ਪੀਐਸ ਟੈਟ ਨਾਲ ਜੁੜੀ ਹੋਈ ਇੰਪੋਰਟੈਂਟ ਇਨਫੋਰਮੇਸ਼ਨ ਹੈ, ਕੁਝ MCQ, CDP, ਲਾਈਵ ਕਲਾਸਾਂ, ਡੈਮੋ ਕਲਾਸਾਂ, पेपर 1 दियां, मैथ साइंस दियां, ETT 994 दियां हर एक तरीके दी ਅਸੀਂ ਇਨਫੋਰਮੇਸ਼ਨ ਦਿੰਨੇ ਆ ਤਾਂ ਤੁਸੀਂ ਉਹਦੇ ਵਿੱਚ ਜਰੂਰ ਜੁਆਇਨ ਕਰੋ। तो चेक करते हैं जी ਅੱਜ ਦੀ ਵੀਡੀਓ ਸ਼ੁਰੂ 10th क्वेश्चन तो। ठीक है जी, 10th क्वेश्चन बच्चों, ਜਿਹੜਾ ਬੱਚੋ ਇਹ 10th क्वेश्चन है वेरी गुड क्वेश्चन है। ਪਹਿਲਾ ਤਾਂ ਇਹ 10th क्वेश्चन मैंने 2021 ਦੇ ਪੇਪਰ ਦੇ ਵਿੱਚ ਵੀ ਦੇਖਿਆ ਹੈ, 2020 ਦੇ ਪੇਪਰ 'ਚ ਵੀ ਦੇਖਿਆ ਹੈ, 2019 ਦੇ ਵਿੱਚ ਕੋਵਿਡ ਕਰਕੇ ਪੇਪਰ ਨਹੀਂ ਹੋਇਆ ਤੇ 2018 ਦੇ ਪੇਪਰ 'ਚ ਵੀ ਅੱਜ ਆਪਾਂ ਦੇਖ ਰਹੇ ਹਾਂ। ਕਹਿੰਦਾ ਜੀ ਉਸ ਲੈਂਡ ਮਾਸ ਦਾ, ਉਸ ਇੱਕ ਜ਼ਮੀਨ ਦੇ ਟੁਕੜੇ ਦਾ ਨਾਮ ਦੱਸੋ ਜਿਹੜਾ ਸਰਾਊਂਡ ਹੋਵੇ। ਸਰਾਊਂਡ ਦਾ ਮਤਲਬ ਹੁੰਦਾ ਬੱਚੋ ਘਿਰਿਆ ਹੋਵੇ। ਬਾਇਆ ਸੀ ਔਨ ਦਾ 3 ਸਾਈਡ। ਉਸ ਜ਼ਮੀਨ ਦੇ ਟੁਕੜੇ ਨੂੰ ਅਸੀਂ ਕੀ ਕਹਾਂਗੇ ਜਿਹੜਾ ਤਿੰਨ ਪਾਸਿਓਂ ਪਾਣੀ ਨਾਲ ਜਾਂ ਸਮੁੰਦਰ ਦੇ ਨਾਲ ਘਿਰਿਆ ਹੋਇਆ ਹੋਵੇ। ਉਸ ਜ਼ਮੀਨ ਦੇ ਟੁਕੜੇ ਨੂੰ ਅਸੀਂ ਪੈਨਿਨਸੂਲਰ ਜਾਂ ਪੰਜਾਬੀ ਦੇ ਵਿੱਚ ਪ੍ਰਾਇਦਵੀਪ ਕਹਿੰਦੇ ਆ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਬੱਚੋ, ਪੈਨਿਨਸੂਲਰ ਕੀ ਹੁੰਦਾ? ਮੰਨ ਕੇ ਚੱਲੋ ਆ ਸਾਡੇ ਕੋਲ ਇੱਕ ਜ਼ਮੀਨ ਦਾ ਟੁਕੜਾ ਲੈਂਡ ਹੈ। ਜੇ ਇਹਦੇ ਤਿੰਨ ਪਾਸੇ ਪਾਣੀ ਲੱਗਦਾ, ਹੋ ਸਕਦਾ ਹੈ ਇਹ ਪਾਣੀ ਨਦੀ ਦਾ ਹੋਵੇ, ਹੋ ਸਕਦਾ ਇਹ ਪਾਣੀ ਸਮੁੰਦਰ ਦਾ ਹੋਵੇ, ਤਾਂ ਇਸ ਜ਼ਮੀਨ ਦੇ ਟੁਕੜੇ ਨੂੰ ਅਸੀਂ ਪੈਨਿਨਸੂਲਰ ਕਹਾਂਗੇ। ਕੀ ਕਹਾਂਗੇ ਬੱਚੋ? ਪੈਨਿਨਸੂਲਰ ਯਾਨੀ ਕਿ ਪ੍ਰਾਇਦਵੀਪ ਕਹਾਂਗੇ। ਉਦਾਹਰਨ ਦੇ ਤੌਰ ਤੇ ਮੰਨ ਕੇ ਚੱਲੋ ਆ ਸਾਡਾ ਭਾਰਤ ਹੈ। ਠੀਕ ਹੈ, ਆ ਸਾਡਾ ਮੰਨ ਕੇ ਚੱਲੋ ਭਾਰਤ ਹੈ। ਭਾਰਤ ਦੇ ਵੀ ਤਿੰਨ ਪਾਸੇ ਪਾਣੀ ਲੱਗਦਾ। ਲੈਫਟ हैंड साइड ਜਿਹੜਾ ਆ ਵਾਲਾ ਪਾਣੀ ਹੈ ਬੱਚੋ, ਇਹਨੂੰ ਅਸੀਂ ਅਰੇਬੀਅਨ ਸੀ ਜਾਂ ਸਰਲ ਭਾਸ਼ਾ 'ਚ ਅਰਬ ਸਾਗਰ ਬੋਲਦੇ ਆ। ਇਸ ਤਰਫ ਰਾਈਟ हैंड साइड ਜਿਹੜਾ ਪਾਣੀ ਲੱਗਦਾ ਹੈ ਬੱਚੋ, ਇਹਨੂੰ ਅਸੀਂ ਬੇ ਆਫ ਬੰਗਾਲ ਜਾਂ ਫਿਰ ਬੰਗਾਲ ਦੀ ਖਾੜੀ ਬੋਲਦੇ ਆ ਬੱਚੋ। ਤੇ ਨੀਚੇ ਵਾਲੀ ਸਾਈਡ ਜਿੱਧਰ ਸ਼੍ਰੀਲੰਕਾ ਹੈ, ਇੱਧਰ ਵਾਲੀ ਸਾਈਡ ਜਿਹੜਾ ਪਾਣੀ ਲੱਗਦਾ ਹੈ ਬੱਚੋ, ਇਹਨੂੰ ਅਸੀਂ ਇੰਡੀਅਨ ਓਸ਼ਨ ਯਾਨੀ ਕਿ ਹਿੰਦ ਮਹਾਸਾਗਰ ਬੋਲਦੇ ਆ। यानी कि इंडिया दे भी तीन पासे पानी लगता है, इसलिए इंडिया एक पेनिनसुलर यानी कि प्रायद्वीप कंट्री है। यह गल तुसी याद रखनी है, इंपॉर्टेंट है। तो बेसिकली जेड़े जमीन दे टुकड़े दे तीन पासे पानी लगदा होवे ओनू असी पेनिनसुलर यानी कि प्रायद्वीप कहने आ। एक होर शब्द हुंदा ज्योग्राफी दे विच, ओनू असी बोलदे आ आर्केपेलॉगी। वेरी इंपॉर्टेंट, सी टेट च इन्ना क्वेश्चन आंदा ना ये आर्केपेलॉगी। आर्केपेलॉगी हुण आर्केपेलॉगी की हुंदा है? ठीक है जी, ग्रुप ऑफ आइलैंड इनू बोलते ने ग्रुप ऑफ आइलैंड। आइलैंड मतलब टापू, टापू मतलब जिहदे चारों पासे पानी होवे। ठीक है, टापूआं दा एक गुच्छा आर्केपेलॉगी कहंदा है। एक देश है जिहदा नाम है इंडोनेशिया। एक देश है जिहदा नाम है इंडोनेशिया। इंडोनेशिया बेसिकली इंडोनेशिया दे विच 3000 तो ज्यादा छोटे बड़े टापू ने। कोई उरे है, 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 ते एदे आले दाले सारा समुंदर है। ਇਹ 3000 ਟਾਪੂਆਂ ਦਾ ਜਿਹੜਾ ਇੱਕ ਗਰੁੱਪ ਹੈ, ਗੁੱਛਾ ਹੈ, ਉਹਨੂੰ ਅਸੀਂ ਆਰਕੇਪੈਲੋਗੀ ਕਹਿੰਦੇ ਆ। ਬਹੁਤ ਵਾਰ ਕੁਐਸਚਨ ਆਂਦਾ ਹੈ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਗੁੱਛਾ ਯਾਨੀ ਕਿ ਆਰਕੇਪੈਲੋਗੀ ਕਿਹੜਾ ਦੇਸ਼ ਹੈ? ਤਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਆਰਕੇਪੈਲੋਗੀ ਕਿਹੜਾ ਦੇਸ਼ ਹੈ ਬੱਚੋ? ਇੰਡੋਨੇਸ਼ੀਆ। ਯਾਦ ਰੱਖਣਾ। ਤੇ ਬੱਚੋ ਆਈਲੈਂਡ ਕੀ ਹੁੰਦਾ? ਹੁਣੀ ਮੈਂ ਦੱਸਿਆ, ਆਈਲੈਂਡ ਕਹਿ ਲੋ ਚਾਹੇ ਟਾਪੂ ਕਹਿ ਲੋ, ਜਿਹਦੇ ਚਾਰੋਂ ਪਾਸੇ ਆਲ ਸਾਈਡ ਸਾਨੂੰ ਕੀ ਮਿਲਦਾ ਹੈ? वाटर, ਉਹਨੂੰ ਅਸੀਂ टापू कहने ਆ। ਤਾਂ बेसिकली तीन साइड पानी लगूगा तो प्रायद्वीप या पेनिनसुलर।
ਚਾਰੋਂ ਪਾਸੇ ਪਾਣੀ ਲੱਗੂਗਾ ਤਾਂ ਟਾਪੂ, ਤੇ ਦੁਨੀਆ ਦਾ ਸਭ ਤੋਂ ਵੱਡਾ ਟਾਪੂਆਂ ਦਾ ਜਿਹੜਾ ਗੁੱਛਾ ਹੈ ਉਹਨੂੰ ਆਰਕੀਪੈਲੋਗੀ ਕਹਿੰਦੇ ਨੇ, ਤੇ ਉਹ ਕਿਹੜਾ ਦੇਸ਼ ਹੈ? ਇੰਡੋਨੇਸ਼ੀਆ। ਇੱਕ ਹੋਰ ਜੀਓਗ੍ਰਾਫੀ ਦੀ ਭੂਗੋਲ ਦੀ ਟਰਮ ਹੁੰਦੀ ਹੈ ਸਟ੍ਰੇਟ, STRAIT। ਹੁਣ ਸਟ੍ਰੇਟ ਕੀ ਹੁੰਦਾ, ਧਿਆਨ ਨਾਲ ਸਮਝਿਓ। ਮੰਨ ਕੇ ਚੱਲੋ ਆ ਇੰਡੀਆ, ਆਉ ਇੱਕ ਗਵਾਰੇ ਜਿੰਨਾ ਕੰਟਰੀ ਹੈ, ਆਰਾਮ ਨਾਲ ਪੇਸ਼ੈਂਸ ਨਾਲ ਵੀਡੀਓ ਸੁਣੋ। ਇੰਡੀਆ ਤੇ ਸ਼੍ਰੀਲੰਕਾ ਨੂੰ ਆਪਸ ਚ ਇੱਕ ਨੈਰੋ ਮਤਲਬ ਪਤਲਾ ਜ਼ਮੀਨ ਦਾ ਟੁਕੜਾ ਜਾਂ ਜੋੜਦਾ, ਜਿਹੜਾ ਅੱਜ ਕੱਲ ਸਮੁੰਦਰ ਚ ਦੱਬਿਆ ਹੋਇਆ। ਇਸ ਤਰੀਕੇ ਨਾਲ ਮੈਪ ਤੇ ਤੁਸੀਂ ਦੇਖਿਆ ਹੋਵੇ, ਇੰਡੀਆ ਤੇ ਸ਼੍ਰੀਲੰਕਾ ਨੂੰ ਇੱਕ ਬਹੁਤ ਹੀ ਬਰੀਕ ਨੈਰੋ ਸਟ੍ਰਿਪ, ਨੈਰੋ ਮਤਲਬ ਪਤਲੀ ਜ਼ਮੀਨ ਦੀ ਹਿੱਸਾ ਜੋੜਦਾ। ਹੁਣ ਮੰਨ ਕੇ ਚੱਲੋ ਵੀ ਇਹ ਉਹ ਨੈਰੋ ਸਟ੍ਰਿਪ ਹੈ। ਇੱਕ ਪਾਸੇ ਦੇ ਇੰਡੀਆ ਹੋ ਗਿਆ, ਇੱਕ ਪਾਸੇ ਦੇ ਕੀ ਹੋ ਗਿਆ? ਸ਼੍ਰੀਲੰਕਾ। ਇੱਧਰ ਵਾਲੀ ਸਾਈਡ ਵੀ ਪਾਣੀ ਹੈ ਇਹਦੇ, ਤੇ ਇੱਧਰ ਵਾਲੀ ਸਾਈਡ ਵੀ ਕੀ ਹੈ? ਪਾਣੀ। ਤਾਂ ਸਟ੍ਰੇਟ ਕੀ ਹੁੰਦਾ? ਇੱਕ ਪਤਲਾ ਜ਼ਮੀਨ ਦਾ ਟੁਕੜਾ ਜਿਹਦੇ ਦੋ ਪਾਸੇ ਲੈਂਡ ਲੱਗਦੀ ਹੋਵੇ, ਇੱਧਰ ਇੰਡੀਆ ਦੀ ਲੈਂਡ, ਇੱਧਰ ਸ਼੍ਰੀਲੰਕਾ ਦੀ ਲੈਂਡ, ਤੇ ਦੋ ਪਾਸੇ ਪਾਣੀ ਲੱਗਦਾ ਹੋਵੇ, ਉਹਨੂੰ ਅਸੀਂ ਕੀ ਬੋਲਦੇ ਹਾਂ? ਸਟ੍ਰੇਟ। ਸਟ੍ਰੇਟ ਯਾਨੀ ਕਿ ਜਲ ਡਮਰੂ। ਤਾਂ ਜਲ ਡਮਰੂ ਕੀ ਹੈ? ਇੱਕ ਪਤਲੀ ਜ਼ਮੀਨ ਦੀ ਟੁਕੜਾ, ਇੱਕ ਬ੍ਰਿਜ, ਪਤਲਾ ਜ਼ਮੀਨ ਦਾ ਟੁਕੜਾ ਜਿਹਦੇ ਦੋ ਪਾਸੇ ਜ਼ਮੀਨ ਲੱਗਦੀ ਹੋਵੇ ਤੇ ਦੋ ਪਾਸੇ ਪਾਣੀ ਲੱਗਦਾ ਹੋਵੇ, ਉਹਨੂੰ ਸਟ੍ਰੇਟ ਬੋਲਦੇ ਆ। ਉਦਾਹਰਨ ਦੇ ਤੌਰ ਤੇ ਇੰਡੀਆ ਤੇ ਸ਼੍ਰੀਲੰਕਾ ਨੂੰ ਆਹ ਵਾਲਾ ਜਿਹੜਾ ਸਟ੍ਰੇਟ ਜੋੜਦਾ ਹੈ, ਇਹਦਾ ਨਾਮ ਹੈ ਪਾਕ ਸਟ੍ਰੀਟ। ਇਹਦਾ ਨਾਮ ਕੀ ਹੈ ਬੱਚੋ? ਪਾਕ ਸਟ੍ਰੀਟ। ਬਹੁਤ ਵਾਰ ਕੁਐਸਚਨ ਆਉਂਦਾ ਹੈ, ਯਾਦ ਰੱਖਿਓ, ਵੈਰੀ 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 ਇੰਪੋਰਟੈਂਟ ਹੈ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡੇ ਕੋਲੇ 10th ਯਾਨੀ ਕਿ ਪੈਨਿਨਸੂਲਰ ਆਊਗਾ। ਜੇ ਵੀਡੀਓ ਪਸੰਦ ਆਵੇ ਬੱਚੋ, ਲਾਈਕ ਕਰੋ, ਸ਼ੇਅਰ ਕਰੋ। ਜਿਹੜੇ ਬੱਚੇ ਪੈਸੇ ਦੇ ਕੇ ਨਹੀਂ ਪੜ ਸਕਦੇ, ਐਟਲੀਸਟ ਉਹਨਾਂ ਦਾ ਫਾਇਦਾ ਹੋ ਜੇ। ਠੀਕ ਹੈ ਬੱਚੋ, ਚਲੋ 11th ਕੁਐਸਚਨ ਦੀ ਤਰਫ ਬੱਚੋ ਮੂਵ ਕਰਦੇ ਹਾਂ ਆਪਾਂ। 11th ਕੁਐਸਚਨ ਦੀ ਤਰਫ। ਹੁਣ 11th ਕੁਐਸਚਨ ਦੇਖੋ, ਇਹ ਕੁਐਸਚਨ ਜੀਓਗ੍ਰਾਫੀ ਦਾ ਇੱਕ ਟੌਪਿਕ ਹੁੰਦਾ ਹੈ, ਠੀਕ ਹੈ ਜੀ, ਓਸ਼ੈਨੋਗ੍ਰਾਫੀ। ਓਸ਼ੈਨੋਗ੍ਰਾਫੀ ਇੱਕ ਜੀਓਗ੍ਰਾਫੀ ਦਾ ਟੌਪਿਕ ਹੈ, ਓਸ਼ੈਨੋਗ੍ਰਾਫੀ। 10ਵੀਂ ਜਾਂ 11ਵੀਂ ਦੀ NCERT ਚ ਮਿਲੂਗਾ, ਠੀਕ ਹੈ ਜੀ। ਜਾਂ ਇਹਨੂੰ ਪੰਜਾਬੀ ਚ ਕਹਿੰਦੇ ਨੇ ਸਮੁੰਦਰ ਅਧਿਐਨ। ਸਮੁੰਦਰ ਅਧਿਐਨ, ਜਿਵੇਂ ਅਸੀਂ ਵਾਯੂਮੰਡਲ ਪੜ੍ਹਦੇ ਹਾਂ, ਜਿਵੇਂ ਅਸੀਂ ਫਿਜ਼ੀਓਗ੍ਰਾਫੀ ਥਲ ਮੰਡਲ ਪੜ੍ਹਦੇ ਹਾਂ, ਹੈਨਾ, ਮਿੱਟੀਆਂ ਕਿੰਨੀਆਂ ਨੇ, ਪਹਾੜ ਕਿੰਨੇ ਨੇ, ਉਵੇਂ ਹੀ ਟੌਪਿਕ ਹੁੰਦਾ ਹਾਈਡਰੋਸਫੀਅਰ, ਜਲ ਮੰਡਲ। ਜਲ ਮੰਡਲ ਦਾ ਇੱਕ ਟੌਪਿਕ ਹੁੰਦਾ ਓਸ਼ੈਨੋਗ੍ਰਾਫੀ, ਜਿਹ ਚ ਅਸੀਂ ਸਮੁੰਦਰ ਪੜ੍ਹਦੇ ਹਾਂ। ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ? ਸਮੁੰਦਰ ਚ ਜਿਹੜੀਆਂ ਲਹਿਰਾਂ ਉੱਠਦੀਆਂ ਨੇ, ਕਿਉਂ ਉੱਠਦੀਆਂ ਨੇ, ਗਰਮ ਲਹਿਰ ਕਿਹੜੀ ਹੈ, ਠੰਡੀ ਲਹਿਰ ਕਿਹੜੀ ਹੈ, ਇਹ ਟੌਪਿਕ ਉਹ ਚੋਂ ਹੈ। ਵੈਰੀ ਵੈਰੀ ਗੁੱਡ ਕੁਐਸਚਨ। ਐਲ ਨੀਨੋ, ਇਹਨੂੰ ਬੋਲਦੇ ਨੇ ਐਲ ਨੀਨੋ। ਹੁਣ ਐਲ ਨੀਨੋ ਬੱਚੋ ਬੇਸਿਕਲੀ ਹੁੰਦਾ ਕੀ ਹੈ, ਤੇ ਕੁਐਸਚਨ ਇਹਦੇ ਵਿੱਚ ਕੀ ਪੁੱਛਿਆ ਗਿਆ? ਕਹਿੰਦਾ ਜੀ ਜਿਹੜਾ ਐਲ ਨੀਨੋ ਹੈ ਉਹ ਕੀ ਹੈ? ਇੱਕ ਤਾਂ ਤੁਹਾਨੂੰ ਮੇਰੀ ਇੰਟਰੋਡਕਸ਼ਨ ਤੋਂ ਪਤਾ ਚੱਲ ਜਾ ਹੋਊਗਾ ਕਿ ਇਹ ਕਿਸੇ ਨਾ ਕਿਸੇ ਓਸ਼ੀਅਨ ਦੀ, ਮਹਾਸਾਗਰ ਦੀ ਕਰੰਟ ਯਾਨੀ ਕਿ ਵੇਵ ਹੈ, ਤਰੰਗ ਹੈ, ਕਿਸੇ ਨਾ ਕਿਸੇ ਓਸ਼ੀਅਨ ਦੀ ਕਰੰਟ ਹੈ। ਉਰੇ ਪੁੱਛਿਆ ਗਿਆ ਨੋ ਓਸ਼ੀਅਨ ਕਰੰਟ, ਕੀ ਇਹ ਕਿਸੇ ਵੀ ਓਸ਼ੀਅਨ ਦੀ ਕਰੰਟ ਨਹੀਂ ਹੈਗੀ? ਕੀ ਇਹ ਹਾਈ ਉੱਚੀ ਉੱਠਣ ਵਾਲੀ ਕਰੰਟ ਹੈ ਯਾਨੀ ਕਿ ਤਰੰਗ ਹੈ? ਕੀ ਇਹ ਗਰਮ ਪਾਣੀ ਦੀ ਤਰੰਗ ਹੈ? ਕੀ ਇਹ ਠੰਡੇ ਪਾਣੀ ਦੀ ਤਰੰਗ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ, ਡਿਟੇਲ ਚ ਸਮਝਾਉਂਗਾ, ਕਿਰਪਾ ਕਰਕੇ ਧਿਆਨ ਨਾਲ ਸਮਝਿਓ। ਜਿਹੜਾ ਆਹ ਸ਼ਬਦ ਹੈ ਨਾ ਐਲ ਨੀਨੋ, ਐਲ ਨੀਨੋ, ਇਹ ਸਪੈਨਿਸ਼ ਭਾਸ਼ਾ ਦਾ ਸ਼ਬਦ ਹੈ। ਕਿਹੜੀ ਭਾਸ਼ਾ ਦਾ ਸ਼ਬਦ ਹੈ? ਸਪੈਨਿਸ਼। ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਐਲ ਨੀਨੋ ਦਾ ਮਤਲਬ ਹੁੰਦਾ ਹੈ ਲਿਟਲ ਗਰਲ। ਐਲ ਨੀਨੋ ਦਾ ਮਤਲਬ ਹੁੰਦਾ ਹੈ ਐਲਡਰ ਗਰਲ। ਐਲ ਨੀਨੋ ਦਾ ਮਤਲਬ ਹੁੰਦਾ ਹੈ ਵੱਡੀ ਕੁੜੀ, ਐਲਡਰ ਗਰਲ। ਯਾਦ ਰੱਖਿਓ, ਐਲਡਰ ਗਰਲ, ਠੀਕ ਹੈ। ਐਲ ਨੀਨੋ ਦੇ ਬਿਲਕੁਲ ਇੱਕ ਆਪੋਜ਼ਿਟ ਹੁੰਦਾ ਹੈ, ਉਹਨੂੰ ਅਸੀਂ ਬੋਲਦੇ ਹਾਂ ਲਾ ਨੀਨੋ। ਐਲ ਨੀਨੋ ਤੇ ਲਾ ਨੀਨੋ। ਲਾ ਨੀਨੋ ਦਾ ਮਤਲਬ ਹੁੰਦਾ ਹੈ ਸਮਾਲ ਗਰਲ, ਸਮਾਲ ਗਰਲ ਜਾਂ ਲਿਟਲ ਗਰਲ ਵੀ ਕਹਿ ਦਿੱਤਾ ਜਾਂਦਾ ਹੈ। ਇਹ ਸਪੈਨਿਸ਼ ਭਾਸ਼ਾ ਚ ਇਹਨਾਂ ਦਾ ਮਤਲਬ ਹੈ, ਯਾਦ ਰੱਖਿਓ, ਠੀਕ ਹੈ। ਹੁਣ ਪਹਿਲੀ ਗੱਲ, ਐਲ ਨੀਨੋ ਤੇ ਲਾ ਨੀਨੋ ਦੋਨੋਂ ਹੀ ਸਮੁੰਦਰਾਂ ਚ ਉੱਠਣ ਵਾਲੀਆਂ ਕਰੰਟ ਨੇ। ਜਿਹੜੀ ਐਲ ਨੀਨੋ ਹੈ ਨਾ ਪਿਆਰੇ ਬੱਚੋ, ਇਹ ਸਮੁੰਦਰ ਚ ਉੱਠਣ ਵਾਲੀ ਵਾਰਮ ਕਰੰਟ ਹੈ, ਯਾਨੀ ਕਿ ਗਰਮ ਪਾਣੀ ਦੀ ਲਹਿਰ ਹੈ। ਇਹ ਸਮੁੰਦਰ ਚ ਉੱਠਣ ਵਾਲੀ ਵਾਰਮ ਕਰੰਟ ਹੈ। ਤੇ ਜਿਹੜੀ ਲਾਲ ਨੀਨੋ ਹੈ, ਇਹ ਸਮੁੰਦਰ ਚ ਵਗਣ ਵਾਲੀ ਠੰਡੇ ਪਾਣੀ ਦੀ, ਕੋਲਡ ਦੀ ਕਰੰਟ ਹੈ। ਪਹਿਲਾ ਕੁਐਸਚਨ, ਇੱਕ ਐਲ ਨੀਨੋ ਹੁੰਦਾ ਹੈ, ਐਲ ਨੀਨੋ ਦੇ ਬਿਲਕੁਲ ਹੀ ਆਪੋਜ਼ਿਟ ਸਾਡੇ ਕੋਲੇ ਲਾ ਨੀਨੋ ਹੁੰਦਾ ਹੈ, LANI, ਲਾ ਨੀਨੋ। ਐਲ ਨੀਨੋ ਦਾ ਮਤਲਬ ਹੁੰਦਾ ਹੈ ਐਲਡਰ ਗਰਲ, ਲਾ ਨੀਨੋ ਦਾ ਮਤਲਬ ਹੁੰਦਾ ਹੈ ਲੀਟਰ ਗਰਲ। ਦੋਨੋਂ ਹੀ ਓਸ਼ੀਅਨ ਦੀਆਂ, ਮਹਾਸਾਗਰਾਂ ਦੀਆਂ ਤਰੰਗ ਨੇ। ਤੇ ਦੂਜੀ ਗੱਲ ਅਸੀਂ ਹੋਰ ਕੀ ਯਾਦ ਰੱਖਣੀ ਹੈ ਕਿ ਐਲ ਨੀਨੋ ਹੈ ਜਿਹੜੀ, ਉਹ ਗਰਮ ਪਾਣੀ ਦੀ ਕਰੰਟ ਹੈ, ਤੇ ਲਾਲ ਨੀਨੋ ਹੈ ਜਿਹੜੀ, ਇਹ ਕਿਹਦੀ ਹੈ? ਕੋਲਡ ਪਾਣੀ ਦੀ ਕਰੰਟ ਹੈ। ਤਾਂ ਉਹਨੇ ਪੁੱਛਿਆ ਐਲ ਨੀਨੋ ਕੀ ਹੈ, ਤਾਂ ਅਸੀਂ ਸਿੱਧਾ ਟਿਕ ਲਾਵਾਂਗੇ ਪਿਆਰੇ ਬੱਚੋ। ਐਲ ਨੀਨੋ ਹੈ ਸਾਡੇ ਕੋਲੇ ਵਾਰਮ ਓਸ਼ੀਅਨ ਕਰੰਟ। ਐਲ ਨੀਨੋ ਸਾਡੇ ਕੋਲੇ ਕੀ ਹੈ? ਵਾਰਮ ਓਸ਼ੀਅਨ ਕਰੰਟ।
ਇਹ ਗੱਲ ਅਸੀਂ ਯਾਦ ਰੱਖਾਂਗੇ, ਵੈਰੀ ਵੈਰੀ ਇੰਪੋਰਟੈਂਟ ਹੈ। ਜ਼ਿਆਦਾਤਰ ਜਿਹੜੀਆਂ ਇਹ ਦੋਨੋਂ ਓਸ਼ਨ ਕਰੰਟ ਨੇ, ਐਲ ਨੀਨੋ ਹੋ ਗਿਆ, ਠੀਕ ਹੈ, ਐਲ ਨੀਨੋ ਹੋ ਗਿਆ ਜਾਂ ਲਾ ਨੀਨੋ ਹੋ ਗਿਆ, ਇਹ ਦੋਨੋਂ ਓਸ਼ਨ ਕਰੰਟ ਮੌਨਸੂਨ ਦੇ ਟਾਈਮ ਪੈਦਾ ਹੁੰਦੀਆਂ ਨੇ, ਮੌਨਸੂਨ ਦੇ ਮੌਸਮ 'ਚ ਪੈਦਾ ਹੁੰਦੀਆਂ ਨੇ ਪੂਰੀ ਦੁਨੀਆ 'ਚ। ਇਹਨਾਂ ਦਾ ਇੰਪੈਕਟ ਇੰਡੀਆ ਦੇ ਵਾਤਾਵਰਣ ਤੇ ਵੀ ਪੈਂਦਾ, ਤਾਂ ਇਹ ਪੁੱਛ ਲੈਂਦੇ ਨੇ, ਠੀਕ ਹੈ। ਇੱਕ ਕੁਐਸਚਨ ਹੋਰ ਆਂਦਾ ਹੈ ਕਿ ਜਿਹੜਾ ਸਾਡਾ ਆਹ ਓਸ਼ਨ ਨੇ, ਓਸ਼ਨ ਯਾਨੀ ਕਿ ਮਹਾਸਾਗਰ ਨੇ, ਇਹਨਾਂ ਦਾ ਜਿਹੜਾ ਪਾਣੀ ਹੈ ਉਹਦਾ ਅਪਵਰਡ ਮਤਲਬ ਉੱਪਰ ਉੱਠਣਾ, ਤੇ ਉਹਦਾ ਡਾਊਨਵਰਡ ਮਤਲਬ ਨੀਚੇ ਗਿਰਨਾ ਕੀ ਕਹਿਲਾਂਦਾ ਹੈ? ਓਸ਼ਨ ਯਾਨੀ ਕਿ ਮਹਾਸਾਗਰਾਂ ਦੀ ਤਰੰਗਾਂ ਦਾ ਉੱਪਰ ਉੱਠਣਾ ਤੇ ਨੀਚੇ ਉੱਠਣਾ ਕੀ ਕਹਿਲਾਂਦਾ ਹੈ? ਉਹਨੂੰ ਅਸੀਂ ਟਾਈਡਸ ਕਹਿੰਦੇ ਆ, ਹਿੰਦੀ ਪੰਜਾਬੀ 'ਚ ਜਵਾਰ ਭਾਟਾ ਕੀ ਹੁੰਦਾ ਹੈ? ਸਮੁੰਦਰ ਦੀ ਲਹਿਰਾਂ ਦਾ ਉੱਪਰ ਉੱਠਣਾ ਤੇ ਨੀਚੇ ਗਿਰਨਾ। ਇਹ ਗੱਲ ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਲੈਣੇ ਆ ਬੱਚੋ ਕੁਐਸਚਨ ਨੰਬਰ 12। ਕਈ ਬੱਚੇ ਕਹਿੰਦੇ ਨੇ ਵੀ ਸਰ ਤੁਸੀਂ ਇੱਕ ਕੁਐਸਚਨ ਤੇ ਇੰਨਾ ਟਾਈਮ ਕਿਉਂ ਲਾਉਂਦੇ ਹੋ? ਬੱਚੋ ਮੈਂ ਕੋਈ ਕੰਟੈਂਟ ਕ੍ਰੀਏਟਰ ਨਹੀਂ, ਮੈਂ ਟੀਚਰ ਹਾਂ। ਮੇਰਾ ਮਕਸਦ ਜਿਹੜੇ ਕੁਐਸਚਨ 'ਚ ਜਿਹੜਾ ਕਨਸੈਪਟ ਜਿੱਥੇ ਫਸ ਗਿਆ ਉਹ ਕਨਸੈਪਟ ਨੂੰ ਕਲੀਅਰ ਕਰਨਾ ਹੈ। ਇਹ ਦੂਸਰੇ YouTube ਵਾਲੇ ਕਰਦੇ ਨੇ 25 ਕੁਐਸਚਨ 20 ਮਿੰਟ 'ਚ ਕਰਾ ਕੇ ਪਰਾਂ ਮਾਰਨਗੇ, ਮੈਂ ਉਰੇ 8 ਕੁਐਸਚਨ 40 ਮਿੰਟਾਂ 'ਚ ਕਰਾਨਾ, ਠੀਕ ਹੈ ਜੀ। ਨੈਕਸਟ, ਵਿਚ ਕੰਟਰੀ ਇਜ਼ ਕਾਲਡ ਦਾ ਲੈਂਡ ਆਫ ਰਾਈਜ਼ਿੰਗ ਸਨ? ਉਗਦੇ ਹੋਏ ਸੂਰਜ ਦੀ ਧਰਤੀ ਕਿਹੜੀ ਕੰਟਰੀ ਨੂੰ ਕਿਹਾ ਜਾਂਦਾ ਹੈ? ਲੈਂਡ ਆਫ ਰਾਈਜ਼ਿੰਗ ਸਨ ਕਿਹਾ ਜਾਂਦਾ ਹੈ ਜਾਪਾਨ ਨੂੰ। ਇਸ ਤਰੀਕੇ ਦੇ ਕੁਐਸਚਨ ਬਹੁਤ ਆਉਂਦੇ ਨੇ। ਜੀਓਗ੍ਰਾਫੀ ਦੇ ਵਿੱਚ ਇੱਕ ਚੈਪਟਰ ਹੁੰਦਾ ਅਦਰ ਨੇਮ ਕਿ ਕਿਹੜੇ ਦੇਸ਼ ਨੂੰ ਜਾਂ ਕਿਹੜੀ ਚੀਜ਼ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਤੁਹਾਨੂੰ ਕੋਈ ਪੁੱਛੇ ਲੈਂਡ ਆਫ ਰਾਈਜ਼ਿੰਗ ਸਨ ਕਿਹਨੂੰ ਕਹਿੰਦੇ ਨੇ, ਹੁਣੀ ਦੱਸਿਆ ਲੈਂਡ ਆਫ ਰਾਈਜ਼ਿੰਗ ਸਨ ਕਹਿੰਦੇ ਨੇ ਜਾਪਾਨ। ਲੈਂਡ ਆਫ ਰਾਈਜ਼ਿੰਗ ਸਨ ਕਿਹਨੂੰ ਕਹਿੰਦੇ ਨੇ? ਜਾਪਾਨ। ਜੇ ਤੁਹਾਨੂੰ ਪੁੱਛੇ ਬੰਗਾਲ ਬੰਗਾਲ ਦਾ ਦੁੱਖ ਕਿਹਨੂੰ ਕਿਹਾ ਗਿਆ? ਸੋਰੋ ਦਾ ਮਤਲਬ ਹੁੰਦਾ ਦੁੱਖ, ਤਾਂ ਇਹ ਕਹਿੰਦੇ ਨੇ ਦਾਮੋਦਰ ਨਦੀ ਨੂੰ। ਵੈਰੀ ਵੈਰੀ ਇੰਪੋਰਟੈਂਟ, ਦਾਮੋਦਰ ਰਿਵਰ, DAMODER, ਦਾਮੋਦਰ ਨਦੀ ਨੂੰ ਬੰਗਾਲ ਦਾ ਦੁੱਖ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਸ ਨਦੀ ਕਰਕੇ ਬੰਗਾਲ 'ਚ ਬਾੜ ਆਉਂਦੀ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਚਾਈਨਾਜ਼ ਸੋਰੋ, ਚਾਈਨਾ ਦਾ ਦੁੱਖ ਕਿਹਨੂੰ ਕਿਹਾ ਜਾਂਦਾ ਹੈ, ਯਾਨੀ ਕਿ ਕਿਹੜੀ ਨਦੀ ਹੈ ਜਿਹਦੇ ਕਰਕੇ ਚਾਈਨਾ 'ਚ ਬਾੜ ਆਉਂਦੀ ਹੈ, ਤਾਂ ਇੱਕ ਨਦੀ ਹੈ ਜਿਹਦਾ ਨਾਮ ਹੈ ਹਵਾਂਗ ਹੋ ਨੂੰ ਅਸੀਂ ਯੈਲੋ ਰਿਵਰ ਵੀ ਕਹਿੰਦੇ ਹਾਂ, ਯਾਨੀ ਕਿ ਪੀਲੀ ਨਦੀ ਦੇ ਤੌਰ ਤੇ ਵੀ ਜਾਣਦੇ ਹਾਂ। ਜੇ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ ਲੈਂਡ ਆਫ ਮਿਡਨਾਈਟ ਸਨ, ਅੱਧੀ ਰਾਤ ਨੂੰ ਜਿੱਥੇ ਸੂਰਜ ਉਗਦਾ ਹੈ, ਲੈਂਡ ਆਫ ਮਿਡਨਾਈਟ ਸਨ ਕਿਹਨੂੰ ਕਿਹਾ ਜਾਂਦਾ ਹੈ? ਜਾਪਾਨ ਤਾਂ ਲੈਂਡ ਆਫ ਰਾਈਜ਼ਿੰਗ ਸਨ ਸੀਗਾ, ਠੀਕ ਹੈ, ਤਾਂ ਲੈਂਡ ਆਫ ਮਿਡਨਾਈਟ ਸਨ ਕਿਹਾ ਜਾਂਦਾ ਹੈ ਨਾਰਵੇ ਨੂੰ। ਲੈਂਡ ਆਫ ਮਿਡਨਾਈਟ ਸਨ ਕਿਹਨੂੰ ਕਿਹਾ ਜਾਂਦਾ ਹੈ? ਲੈਂਡ ਆਫ ਮਿਡਨਾਈਟ ਸਨ ਕਿਹਾ ਜਾਂਦਾ ਹੈ ਨਾਰਵੇ ਨੂੰ। ਜੇ ਕੁਐਸਚਨ ਆਵੇ ਲੈਂਡ ਆਫ ਮਾਰਨਿੰਗ ਕਾਮ, ਲੈਂਡ ਆਫ ਮਾਰਨਿੰਗ ਮਤਲਬ ਸਵੇਰ, ਠੀਕ ਹੈ, ਕਾਮ ਦਾ ਮਤਲਬ ਹੁੰਦਾ ਸ਼ਾਂਤੀ। ਇਹ ਜਿਹਾ ਦੇਸ਼ ਜਿੱਥੇ ਦੀ ਸਵੇਰ ਸਭ ਤੋਂ ਜ਼ਿਆਦਾ ਸ਼ਾਂਤ ਮੰਨੀ ਗਈ ਹੈ, CALM ਕਾਮ, ਤਾਂ ਉਹ ਕਿਹਾ ਜਾਂਦਾ ਹੈ ਕੋਰੀਆ। ਕੀ ਕਿਹਾ ਜਾਂਦਾ ਹੈ? ਕੋਰੀਆ। ਠੀਕ ਹੈ ਬੱਚੋ, ਦੁਬਾਰਾ ਬੋਲਦਾ, ਲੈਂਡ ਆਫ ਰਾਈਜ਼ਿੰਗ ਸਨ ਜਾਪਾਨ, ਬੰਗਾਲ ਸੋਰੋ ਬੰਗਾਲ ਦਾ ਦੁੱਖ ਦਾਮੋਦਰ ਰਿਵਰ, ਚਾਈਨਾ ਸੋਰੋ ਹਵਾਂਗ ਹੋ ਜਿਹਨੂੰ ਯੈਲੋ ਰਿਵਰ ਵੀ ਕਹਿੰਦੇ ਨੇ, ਲੈਂਡ ਆਫ ਮਿਡਨਾਈਟ ਸਨ ਜਿੱਥੇ ਅੱਧੀ ਰਾਤ ਨੂੰ ਸੂਰਜ ਉਗਦਾ ਹੈ ਨਾਰਵੇ, ਲੈਂਡ ਆਫ ਮਾਰਨਿੰਗ ਕਾਮ ਜਿੱਥੇ ਸਵੇਰ ਸਭ ਤੋਂ ਜ਼ਿਆਦਾ ਸ਼ਾਂਤ ਹੁੰਦੀ ਹੈ ਕੋਰੀਆ। ਕਲੀਅਰ ਬੱਚੋ। ਨੈਕਸਟ ਕੁਐਸਚਨ ਨੰਬਰ ਲੈਣੇ ਆ ਬੱਚੋ ਆਪਾਂ 13। ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ, ਠੀਕ ਹੈ ਜੀ। ਸਾਡੇ ਚੈਨਲ ਬਾਰੇ ਦੂਸਰਿਆਂ ਨੂੰ ਵੀ ਦੱਸੋ। ਨੈਕਸਟ ਅੱਗੇ ਚੱਲਦੇ ਆ ਜੀ 13ਵਾਂ ਕੁਐਸਚਨ। 13ਵਾਂ ਕੁਐਸਚਨ ਹੈ ਜੀ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਮਹਾਦੀਪ ਇੰਡੀਅਨ ਓਸ਼ਨ ਯਾਨੀ ਕਿ ਹਿੰਦ ਮਹਾਸਾਗਰ ਨਾਲ ਨਹੀਂ ਲੱਗਦਾ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੁਨੀਆ 'ਚ ਟੋਟਲ 7 ਮਹਾਦੀਪ ਯਾਨੀ ਕਿ 7 ਕੰਟੀਨੈਂਟ ਹਨ, ਠੀਕ ਹੈ, 7 ਕੰਟੀਨੈਂਟ ਹਨ। ਪਿਛਲੀ ਵੀਡੀਓ ਦੇ ਵਿੱਚ ਮੈਂ ਡਿਟੇਲ 'ਚ ਦੱਸਿਆ ਸੀ। ਸਭ ਤੋਂ ਪਹਿਲਾ ਕੰਟੀਨੈਂਟ ਜਿਹ 'ਚ ਸਾਡਾ ਭਾਰਤ ਹੈ, ਉਸ ਕੰਟੀਨੈਂਟ ਦਾ ਨਾਮ ਹੈ ਏਸ਼ੀਆ। ਇੰਡੀਆ ਦੇ ਬਿਲਕੁਲ ਉਰੇ ਨੀਚੇ ਜੇ ਆ ਜਿਹੜਾ ਪਾਣੀ ਲੱਗਦਾ ਮੈਂ ਉੱਪਰ ਦੱਸ ਕੇ ਆਇਆ, ਉਹਦਾ ਕੀ ਨਾਮ ਹੈ? ਇੰਡੀਅਨ ਓਸ਼ਨ ਯਾਨੀ ਕਿ ਏਸ਼ੀਆ ਤਾਂ ਇੰਡੀਅਨ ਓਸ਼ਨ ਯਾਨੀ ਕਿ ਹਿੰਦ ਮਹਾਸਾਗਰ ਨੂੰ ਲੱਗਦਾ ਹੈ, ਤਾਂ ਏਸ਼ੀਆ ਦਾ ਆਨਸਰ ਨਹੀਂ ਹੋ ਸਕਦਾ, ਉਹਨੇ ਨਾਟ ਪੁੱਛਿਆ। ਨੈਕਸਟ ਆ ਜਾਓ, ਉਰੇ ਏਸ਼ੀਆ ਦੇ ਬਿਲਕੁਲ ਨੀਚੇ ਜੇ ਉਰੇ ਆਏ ਤਿਰਛਾ ਜਾਓਗੇ, ਉਰੇ ਇੱਕ ਹੋਰ ਮਹਾਦੀਪ ਹੈ, ਐਦਾਂ ਇਹ ਵਾਲਾ ਮਹਾਦੀਪ ਹੈ, ਇਹਦਾ ਨਾਮ ਹੈ ਆਸਟ੍ਰੇਲੀਆ। ਇਸ ਮਹਾਦੀਪ ਦਾ ਨਾਮ ਕੀ ਹੈ? ਆਸਟ੍ਰੇਲੀਆ ਮਹਾਦੀਪ, ਜਾਂ ਜਿਹਨੂੰ
ਓਸ਼ੈਨਿਕਾ ਵੀ ਕਹਿ ਦਿੰਦੇ ਆ, ਜਿਹਨੂੰ ਅਸੀਂ ਓਸ਼ੈਨਿਕਾ ਵੀ ਕਹਿ ਦਿੰਦੇ ਆ। ਉਸੇ ਤਰੀਕੇ ਦੇ ਨਾਲ ਜੇ ਤੁਸੀਂ ਹੋਰ ਦੇਖੋਗੇ, ਯਾਨੀ ਕਿ ਸਾਡੇ ਕੋਲੇ ਆਸਟ੍ਰੇਲੀਆ ਵੀ ਨਹੀਂ ਹੋ ਸਕਦਾ। ਉਰੇ ਨੀਚੇ ਇੱਕ ਮਹਾਦੀਪ ਹੈ, ਐਦਾਂ ਉਰੇ ਐਵੇਂ ਐਵੇਂ ਲੰਬੇ ਲੋਟ, ਇਹਦਾ ਨਾਮ ਹੈ ਅਫਰੀਕਾ। ਅਫਰੀਕਾ। ਲੇਕਿਨ ਜਿਹੜਾ ਦੁਨੀਆ ਦਾ ਸਭ ਤੋਂ ਉੱਪਰ ਵਾਲਾ ਮਹਾਦੀਪ ਹੈ, ਨਾਰਥ ਵਾਲੀ ਸਾਈਡ ਉਰੇ, ਉਹਦਾ ਨਾਮ ਹੈ ਤੁਹਾਡੇ ਕੋਲੇ, ਦੈਟ ਇਜ਼ ਯੋਰ ਆਪਣਾ ਆਰਕਟਿਕ। ਉਹਦਾ ਆਪਣੇ ਕੋਲ ਕੀ ਨਾਮ ਹੈ? ਆਰਕਟਿਕ। ਆਰਕਟਿਕ। ਆਰਕਟਿਕ ਯਾਨੀ ਕਿ ਹਿੰਦ ਮਹਾਸਾਗਰ ਏਸ਼ੀਆ ਨੂੰ ਵੀ ਟੱਚ ਕਰਦਾ ਹੈ, ਹਿੰਦ ਮਹਾਸਾਗਰ ਅਫਰੀਕਾ ਨੂੰ ਵੀ ਟੱਚ ਕਰਦਾ ਹੈ, ਹਿੰਦ ਮਹਾਸਾਗਰ ਆਸਟ੍ਰੇਲੀਆ ਨੂੰ ਵੀ ਟੱਚ ਕਰਦਾ ਹੈ। ਹੁਣੀ ਵੀਡੀਓ ਪੋਜ਼ ਕਰੋ, ਗੂਗਲ ਤੇ ਜਾ ਕੇ ਸਰਚ ਕਰੋ ਇੰਡੀਅਨ ਓਸ਼ਨ ਟੱਚ ਕੰਟੀਨੈਂਟ, ਇੰਡੀਅਨ ਓਸ਼ਨ ਟੱਚ ਕੰਟੀਨੈਂਟ, ਇਮੇਜ ਆਊਗੀ ਤਾਂ ਦੇਖਿਓ ਆਹ ਵਾਲਾ ਜਿਹੜਾ ਆਰਕਟਿਕ ਕੰਟੀਨੈਂਟ ਹੈ ਸਭ ਤੋਂ ਉੱਪਰ ਹੈ, ਨਾਰਥ ਅਮਰੀਕਾ ਵਾਲੀ ਸਾਈਡ ਉੱਪਰ ਹੈ, ਤਾਂ ਇਹਦਾ ਆਨਸਰ ਸਾਡੇ ਕੋਲੇ ਕੀ ਆ ਜਾਊਗਾ? ਆਰਕਟਿਕ। ਤਾਂ ਇਹਦਾ ਆਨਸਰ ਬੱਚੋ ਸਾਡੇ ਕੋਲੇ ਕੀ ਆ ਜਾਊਗਾ? ਆਰਕਟਿਕ। ਹੁਣ ਇਹਦੇ ਨਾਲ ਇੱਕ ਕੁਐਸਚਨ ਇਹ ਬਣਦਾ ਹੈ ਕਿ ਦੁਨੀਆ ਦਾ ਵਰਲਡਸ ਬਿਗੇਸਟ ਓਸ਼ੀਅਨ, ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ? ਦੁਨੀਆ ਦੇ ਸਭ ਤੋਂ ਵੱਡੇ ਮਹਾਸਾਗਰ ਦਾ ਨਾਮ ਹੈ ਪੈਸੀਫਿਕ ਓਸ਼ਨ, ਯਾਨੀ ਕਿ ਪ੍ਰਸ਼ਾਂਤ ਮਹਾਸਾਗਰ। ਪੈਸੀਫਿਕ ਓਸ਼ਨ ਯਾਨੀ ਕਿ ਪ੍ਰਸ਼ਾਂਤ ਮਹਾਸਾਗਰ। ਪ੍ਰਸ਼ਾਂਤ ਮਹਾਸਾਗਰ ਦਾ ਜਿਹੜਾ ਟ੍ਰੈਂਚ ਹੈ, ਹੁਣ ਜਿਨ੍ਹਾਂ ਨੇ ਜੀਓਗ੍ਰਾਫੀ ਪੜ੍ਹੀ ਹੈ, ਟ੍ਰੈਂਚ ਦਾ ਮਤਲਬ ਹੁੰਦਾ ਖੱਡਾ, ਕਿਸੇ ਮਹਾਸਾਗਰ ਦਾ ਸਭ ਤੋਂ ਡੂੰਘਾ ਪੁਆਇੰਟ, ਠੀਕ ਹੈ। ਤਾਂ ਪੈਸੀਫਿਕ ਓਸ਼ਨ ਦਾ ਜਿਹੜਾ ਟ੍ਰੈਂਚ ਹੈ ਉਹਦਾ ਨਾਮ ਹੈ ਮੈਰੀਨਾ ਟ੍ਰੈਂਚ। ਕੀ ਨਾਮ ਹੈ ਬੱਚੋ? ਮੈਰੀਨਾ ਟ੍ਰੈਂਚ। ਤੇ ਮੈਰੀਨਾ ਟ੍ਰੈਂਚ 11,000 ਮੀਟਰ ਡੂੰਘਾ ਹੈ। ਪਾਣੀ ਦੇ ਅੰਦਰ ਦੁਨੀਆ ਦਾ ਸਭ ਤੋਂ ਡੂੰਘਾ ਪੁਆਇੰਟ ਕਿਹੜਾ ਹੈ? ਮੈਰੀਨਾ ਟ੍ਰੈਂਚ। ਯਾਦ ਰੱਖਿਓ ਕੁਐਸਚਨ ਆਊਗਾ ਕਿ ਭਾਈ ਆਪਣੇ ਪੈਸੀਫਿਕ ਓਸ਼ਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਓਸ਼ਨ ਕਿਹੜਾ ਹੈ? ਤਾਂ ਉਹਦਾ ਨਾਮ ਹੈ ਐਟਲਾਂਟਿਕ ਓਸ਼ਨ। ਕੀ ਨਾਮ ਹੈ ਉਹਦਾ? ਐਟਲਾਂਟਿਕ ਓਸ਼ਨ। ਤੇ ਐਟਲਾਂਟਿਕ ਓਸ਼ਨ ਦਾ ਜਿਹੜਾ ਟ੍ਰੈਂਚ ਹੈ ਉਹਦਾ ਨਾਮ ਹੈ ਪੈਰੀਟੋ ਰੀਕੋ। ਪੈਰੀਟੋ ਰੀਕੋ। ਪੈਰੀਟੋ ਰੀਕੋ। ਤੇ ਐਟਲਾਂਟਿਕ ਓਸ਼ਨ ਨੂੰ ਅਸੀਂ ਹਾਈਵੇ ਆਫ ਦਾ ਵਰਲਡ ਵੀ ਕਹਿੰਦੇ ਆ। ਕੀ ਕਹਿੰਦੇ ਆ? ਹਾਈਵੇ ਆਫ ਦਾ ਵਰਲਡ ਵੀ ਕਿਹਾ ਜਾਂਦਾ ਹੈ। ਕਿਹਨੂੰ? ਐਟਲਾਂਟਿਕ ਓਸ਼ਨ ਨੂੰ। ਇੰਨੀ ਕੁ ਗੱਲ ਕਲੀਅਰ ਹੈ ਬੱਚੋ, ਹਾਂ ਜਾਂ ਨਾ? ਠੀਕ ਹੈ। ਜੇ ਪੁੱਛਿਆ ਜਾਵੇ ਦੁਨੀਆ ਦਾ ਸਭ ਤੋਂ ਛੋਟਾ ਓਸ਼ੀਅਨ ਕਿਹੜਾ ਹੈ, ਦੁਨੀਆ ਦਾ ਸਭ ਤੋਂ ਛੋਟਾ ਓਸ਼ੀਅਨ ਯਾਨੀ ਕਿ ਮਹਾਸਾਗਰ ਕਿਹੜਾ ਹੈ, ਤਾਂ ਉਹ ਹੈ ਆਰਕਟਿਕ ਓਸ਼ਨ। ਆਰਕਟਿਕ ਓਸ਼ਨ ਦੁਨੀਆ ਦਾ ਸਭ ਤੋਂ ਛੋਟਾ ਓਸ਼ਨ ਹੈ, ਇਹ ਗੱਲ ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਬੱਚੋ ਇਹਦੇ ਨਾਲ ਇੱਕ ਹੋਰ ਚੀਜ਼ ਯਾਦ ਰੱਖਣੀ ਹੈ, ਵੈਰੀ ਇੰਪੋਰਟੈਂਟ ਹੈ, ਰਿੰਗ ਆਫ ਫਾਇਰ, ਅੱਗ ਦਾ ਛੱਲਾ। ਸਭ ਤੋਂ ਪਹਿਲਾ ਕੁਐਸਚਨ, ਰਿੰਗ ਆਫ ਫਾਇਰ ਕਿੱਥੇ ਪਾਇਆ ਜਾਂਦਾ ਹੈ? ਰਿੰਗ ਆਫ ਫਾਇਰ ਪੈਸੀਫਿਕ ਓਸ਼ਨ ਯਾਨੀ ਕਿ ਪ੍ਰਸ਼ਾਂਤ ਮਹਾਸਾਗਰ ਚ ਪਾਇਆ ਜਾਂਦਾ ਹੈ। ਰਿੰਗ ਆਫ ਫਾਇਰ ਕਿਉਂ ਮਸ਼ਹੂਰ ਹੈ? ਮੰਨਿਆ ਜਾਂਦਾ ਹੈ ਪੂਰੇ ਵਰਲਡ ਦੇ, ਪੂਰੇ ਸੰਸਾਰ ਦੇ 80% ਅਰਥਕੁਏਕ ਨੇ ਜਿਹੜੇ, 80% ਭੂਚਾਲ ਨੇ ਜਿਹੜੇ, ਉਹ ਇਸ ਜਗ੍ਹਾ ਤੇ ਆਉਂਦੇ ਨੇ ਰਿੰਗ ਆਫ ਫਾਇਰ ਤੇ। ਤੇ ਲਗਭਗ ਪੂਰੇ ਵਰਲਡ ਦੇ 40% ਤੋਂ ਜ਼ਿਆਦਾ ਵੋਲਕੈਨੋ, ਜਵਾਲਾਮੁਖੀ ਜਿਹੜੇ ਫਟਦੇ ਨੇ, ਉਹ ਇਸ ਜਗ੍ਹਾ ਤੇ ਫਟਦੇ ਨੇ। ਇਸ ਲਈ ਇਸ ਜਗ੍ਹਾ ਨੂੰ ਰਿੰਗ ਆਫ ਫਾਇਰ, ਅੱਗ ਦਾ ਛੱਲਾ ਕਿਹਾ ਜਾਂਦਾ ਹੈ। ਤੇ ਇਹ ਕਿਹੜੇ ਮਹਾਸਾਗਰ ਚ ਪਾਇਆ ਜਾਂਦਾ ਹੈ? ਪੈਸੀਫਿਕ ਓਸ਼ਨ ਚ ਪਾਇਆ ਜਾਂਦਾ ਹੈ। ਨੈਕਸਟ ਇੱਕ ਹੈ ਇੰਡੀਅਨ ਓਸ਼ਨ, ਹੁਣੀ ਆਪਾਂ ਪੜ੍ਹ ਕੇ ਆਇਆ ਉੱਪਰ, ਇੰਡੀਅਨ ਓਸ਼ਨ। ਇੰਡੀਅਨ ਓਸ਼ਨ ਦੇ ਟ੍ਰੈਂਚ ਦਾ ਕੀ ਨਾਮ ਹੈ? ਇੰਡੀਅਨ ਓਸ਼ਨ ਦੇ ਟ੍ਰੈਂਚ ਦਾ ਨਾਮ ਹੈ ਸੁੰਡਾ, ਸੁੰਡਾ ਜਾਂ ਜਾਵਾ ਟ੍ਰੈਂਚ। ਟ੍ਰੈਂਚ ਜਿਵੇਂ ਕਿ ਮੈਂ ਦੱਸਿਆ, ਕਿਸੇ ਵੀ ਓਸ਼ਨ ਦਾ ਜਿਹੜਾ ਸਭ ਤੋਂ ਡੂੰਘਾ ਪੁਆਇੰਟ ਹੋਊਗਾ ਉਹਨੂੰ ਟ੍ਰੈਂਚ ਕਹਾਂਗੇ, ਬਸ ਯਾਦ ਰੱਖਿਓ। ਠੀਕ ਹੈ ਬੱਚੋ, मूव करते हैं 14th क्वेश्चन पे। 14वें क्वेश्चन च पूछा गया है विच सॉइल टाइप इज प्रीडोमिनेंट इन पब्लिक। यहाँ पर पब्लिक नहीं है, यहाँ पर पंजाब है। ਇਹਦਾ ਪੰਜਾਬੀ ਚ ਅਨੁਵਾਦ ਪੜ੍ਹੀਏ, ਕਹਿੰਦਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਮਿੱਟੀ ਪਾਈ ਜਾਂਦੀ ਹੈ, ਜਾਂ ਮੁੱਖ ਤੌਰ ਤੇ ਕਿਹੜੀ ਮਿੱਟੀ ਪੰਜਾਬ ਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ, ਉਹ ਇਸ ਕੁਐਸਚਨ ਨੂੰ ਪੁੱਛ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਉਰੇ ਮਿੱਟੀਆਂ ਕਿਹੜੀ-ਕਿਹੜੀਆਂ ਨੇ ਪੂਰੇ ਇੰਡੀਆ ਚ। ਪੂਰੇ ਇੰਡੀਆ ਚ ਲਗਭਗ ਮੰਨਿਆ ਜਾਂਦਾ ਹੈ 8 ਤਰੀਕੇ ਦੀ ਸੋਇਲ ਪਾਈ ਜਾਂਦੀਆਂ ਨੇ। ਕਿਤਾਬਾਂ ਚ 12 ਵੀ ਲਿਖਿਆ ਮਿਲੂਗਾ, ਕਿਤਾਬਾਂ ਚ 11 ਵੀ ਲਿਖਿਆ ਮਿਲੂਗਾ, ਲੇਕਿਨ ਜਿਹੜਾ ਸਰਕਾਰੀ ਆંકੜਾ ਹੈ, ਐਗਰੀਕਲਚਰ ਦੀ ਇੱਕ ਬਹੁਤ ਵੱਡੀ ਸੰਸਥਾ ਹੈ ICAR, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਐਂਡ ਰਿਸਰਚ, ਇਹਦੇ ਅਕੋਰਡਿੰਗ ਭਾਰਤ ਦੇ ਵਿੱਚ 8 ਮਿੱਟੀਆਂ ਪਾਈ ਜਾਂਦੀਆਂ ਨੇ, ਇਹ ਗੱਲ ਯਾਦ ਰੱਖਣੀ ਹੈ। ਤੇ ICAR ਕਹਿੰਦੀ ਹੈ ਕਿ ਪੂਰੇ ਭਾਰਤ ਦੇ ਵਿੱਚ 46% ਸਿਰਫ ਔਰ ਸਿਰਫ ਐਲੂਵੀਲੀ ਸੋਇਲ ਪਾਈ ਜਾਂਦੀ ਹੈ। ਐਲੂਵੀਲੀ ਸੋਇਲ ਉਹ ਹੈ ਜਿਹਨੂੰ ਤੁਸੀਂ ਜਲੋੜ ਮਿੱਟੀ ਕਹਿੰਦੇ ਹੋ। ਕਿਹੜੀ ਮਿੱਟੀ ਕਹਿੰਦੇ ਹੋ? ਜਲੋੜ ਮਿੱਟੀ। ਪੂਰੇ ਭਾਰਤ 'ਚ
ਅਕੋਰਡਿੰਗ ਟੂ ICAR ਇੰਡੀਅਨ ਕਾਉਂਸਲ ਆਫ ਐਗਰੀਕਲਚਰ ਐਂਡ ਰਿਸਰਚ 8 ਤਰੀਕੇ ਦੀ ਮਿੱਟੀਆਂ ਪਾਈ ਜਾਂਦੀਆਂ ਨੇ ਤੇ ਪੂਰੇ ਭਾਰਤ ਦਾ 46% ਹਿੱਸਾ ਹੈ ਜਿਹੜਾ ਉਹ ਸਿਰਫ ਇੱਕੋ ਹੀ ਤਰੀਕੇ ਦੀ ਮਿੱਟੀ ਦਾ ਬਣਿਆ ਹੋਇਆ ਹੈ ਜਿਹਨੂੰ ਅਸੀਂ ਕੀ ਬੋਲਦੇ ਆ ਐਲੂਵੀਲੀ ਸੋਇਲ। ਇਹੀ ਐਲੂਵੀਲੀ ਸੋਇਲ ਸਭ ਤੋਂ ਜ਼ਿਆਦਾ ਪੰਜਾਬ 'ਚ ਵੀ ਪਾਈ ਜਾਂਦੀ ਹੈ, ਯਾਨੀ ਕਿ ਪੰਜਾਬ 'ਚ ਪਾਈ ਜਾਣ ਵਾਲੀ ਮਿੱਟੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਿੱਟੀ ਜਿਹੜੀ ਪੰਜਾਬ 'ਚ ਪਾਈ ਜਾਂਦੀ ਹੈ ਉਹਦਾ ਕੀ ਨਾਮ ਹੈ ਬੱਚੋ? ਐਲੂਵੀਲੀ ਸੋਇਲ, ਯਾਨੀ ਕਿ ਜਲੋੜ ਮਿੱਟੀ। ਜਲੋੜ ਮਿੱਟੀ ਹੈ ਜਿਹੜੀ ਇਹ ਕਿੱਥੇ ਕਿੱਥੇ ਪਾਈ ਜਾਂਦੀ ਹੈ? ਪੰਜਾਬ ਤੋਂ ਸ਼ੁਰੂ ਹੋ ਕੇ ਵੈਸਟ ਬੰਗਾਲ ਯਾਨੀ ਕਿ ਪੱਛਮ ਬੰਗਾਲ ਤੱਕ ਜਾਂਦੀ ਹੈ। ਪੰਜਾਬ ਤੋਂ ਸ਼ੁਰੂ ਹੋ ਕੇ ਵੈਸਟ ਬੰਗਾਲ। ਜੇ ਮੈਂ ਇੰਡੀਆ ਦਾ ਮੈਪ ਬਣਾਵਾਂ, ਮੰਨ ਲਓ ਇਸ ਤਰੀਕੇ ਨਾਲ ਇੰਡੀਆ ਦਾ ਮੈਪ ਹੈ, ਪੂਰੇ ਪੰਜਾਬ ਹੈ, ਆਹ ਵਾਲਾ ਹਿੱਸਾ ਉਰੇ ਵੈਸਟ ਬੰਗਾਲ ਹੈ, ਯਾਨੀ ਕਿ ਆਹ ਸਾਰਾ ਹਿੱਸਾ ਜ਼ਿਆਦਾਤਰ, ਆਹ ਵਾਲਾ ਸਾਰਾ ਹਿੱਸਾ, ਇਹ ਵਾਲਾ ਸਾਰਾ ਹਿੱਸਾ ਜਿਹੜਾ ਉਰੇ ਜ਼ਿਆਦਾਤਰ ਕਿਹੜੀ ਮਿੱਟੀ ਪਾਈ ਜਾਂਦੀ ਹੈ ਬੱਚੋ? ਉਰੇ ਜ਼ਿਆਦਾਤਰ ਸਾਡੇ ਕੋਲੇ ਐਲੂਵੀਲੀ ਸੋਇਲ ਪਾਈ ਜਾਂਦੀ ਹੈ। ਉਰੇ ਹੀ ਕਿਉਂ ਪਾਈ ਜਾਂਦੀ ਹੈ? ਦੇਖੋ, ਇੱਕ ਸਿਸਟਮ ਹੁੰਦਾ ਨਦੀਆਂ ਦਾ ਜਿਹਨੂੰ ਅਸੀਂ ਬੋਲਦੇ ਆ 3 ਤਰੀਕੇ ਦਾ ਨਦੀ ਪ੍ਰਣਾਲੀ ਹੈ ਇੰਡੀਆ 'ਚ। ਇੰਡਸ ਰਿਵਰ ਸਿਸਟਮ, ਸਿੰਧੂ ਨਦੀ ਜਲ ਪ੍ਰਣਾਲੀ, ਗੰਗਾ ਰਿਵਰ ਸਿਸਟਮ, ਗੰਗਾ ਨਦੀ ਜਲ ਪ੍ਰਣਾਲੀ ਤੇ ਇੱਕ ਤੀਸਰਾ ਰਿਵਰ ਸਿਸਟਮ ਹੈ ਬ੍ਰਹਮਪੁੱਤਰਾ ਰਿਵਰ ਸਿਸਟਮ। ਬ੍ਰਹਮਪੁੱਤਰਾ ਰਿਵਰ ਸਿਸਟਮ, ਬ੍ਰਹਮਪੁੱਤਰਾ ਜਨ ਪ੍ਰਣਾਲੀ। ਆਹ ਵਾਲਾ ਜਿਹੜਾ ਏਰੀਆ ਮੈਂ ਤੁਹਾਨੂੰ ਦਿਖਾਇਆ ਹੈ, ਆਹ ਵਾਲਾ, ਠੀਕ ਹੈ, ਇਹ ਤਿੰਨੋਂ ਨਦੀਆਂ ਦੇ ਅੰਦਰ ਆਉਂਦਾ ਹੈ। ਇੰਡਸ ਰਿਵਰ ਸਿਸਟਮ ਦੇ ਵੀ ਅੰਡਰ ਆਉਂਦਾ ਹੈ, ਗੰਗਾ ਰਿਵਰ ਸਿਸਟਮ ਦੇ ਵੀ ਅੰਡਰ ਆਉਂਦਾ ਹੈ, ਬ੍ਰਹਮਪੁੱਤਰਾ ਰਿਵਰ ਸਿਸਟਮ ਦੇ ਵੀ ਅੰਡਰ ਆਉਂਦਾ ਹੈ। ਤੇ ਜਿਹੜੀ ਜਲੋੜ ਮਿੱਟੀ ਹੈ ਇਹ ਤਾਂ ਬਣਦੀ ਹੀ ਕਿਵੇਂ ਹੈ? ਨਦੀਆਂ ਦੁਆਰਾ ਲਿਆਈ ਗਈ ਮਿੱਟੀ ਦੇ ਨਾਲ ਜਿਹੜੇ ਮੈਦਾਨ ਬਣਦੇ ਹਨ ਉਹਨਾਂ ਨੂੰ ਅਸੀਂ ਐਲੂਵੀਲੀ ਮੈਦਾਨ ਜਾਂ ਜਲੋੜ ਮੈਦਾਨ ਕਹਿੰਦੇ ਆ। ਤਾਂ ਐਲੂਵੀਲੀ ਸੋਇਲ ਕਿਵੇਂ ਬਣਦੀ ਹੈ? ਨਦੀਆਂ ਦੁਆਰਾ ਲਿਆਈ ਗਈ ਮਿੱਟੀ ਨੂੰ ਅਸੀਂ ਐਲੂਵੀਲੀ ਸੋਇਲ ਯਾਨੀ ਕਿ ਜਲੋੜ ਮਿੱਟੀ ਕਹਿੰਦੇ ਆ। ਤੇ ਉਰੇ ਸਭ ਤੋਂ ਵੱਧ ਭਾਰਤ 'ਚ ਜਲ ਤੰਤਰ ਹੈ, ਇਸ ਲਈ ਆਹ ਵਾਲੇ ਹਿੱਸੇ 'ਚ ਪਾਈ ਜਾਣ ਵਾਲੀ ਜਿਹੜੀ ਮਿੱਟੀ ਹੈ ਪਿਆਰੇ ਬੱਚੋ, ਉਹ ਸਭ ਤੋਂ ਜ਼ਿਆਦਾ ਕਿਹੜੀ ਹੈ? ਐਲੂਵੀਲੀ ਸੋਇਲ ਹੈ। ਹੁਣ ਜਿਹੜੀ ਐਲੂਵੀਲੀ ਸੋਇਲ ਜਾਂ ਜਲੋੜ ਮਿੱਟੀ ਹੈ ਇਹ 2 ਤਰੀਕੇ ਦੀ ਹੁੰਦੀ ਹੈ। ਇੱਕ ਇਹਨੂੰ ਬੋਲਦੇ ਨੇ ਬਾਂਗਰ ਦੇ ਮੈਦਾਨ, ਬਾਂਗਰ ਦੇ ਮੈਦਾਨ, ਠੀਕ ਹੈ। ਇੱਕ ਇਹਨੂੰ ਬੋਲਦੇ ਨੇ ਖੱਦਰ ਦੇ ਮੈਦਾਨ। ਐਲੂਵੀਲੀ ਮਿੱਟੀ ਦੇ ਨਾਲ 2 ਤਰੀਕੇ ਦੇ ਮੈਦਾਨ ਬਣਦੇ ਨੇ, ਬਾਂਗਰ ਦੇ ਮੈਦਾਨ ਤੇ ਖੱਦਰ ਦੇ ਮੈਦਾਨ। ਜੇ ਐਲੂਵੀਲੀ ਸੋਇਲ 올ਡ ਹੈ ਯਾਨੀ ਕਿ ਕਾਫੀ ਪੁਰਾਣੀ ਜਲੋੜ ਮਿੱਟੀ ਨਾਲ ਬਣੇ ਹੋਏ ਮੈਦਾਨਾਂ ਨੂੰ ਭੰਗਰ ਦੇ ਮੈਦਾਨ ਕਿਹਾ ਜਾਂਦਾ ਹੈ, ਤੇ ਜਿਹੜੀ ਨਵੀਂ ਜਲੋੜ ਮਿੱਟੀ ਦੇ ਮੈਦਾਨ ਹੁੰਦੇ ਨੇ ਉਹਨਾਂ ਨੂੰ ਖੱਦਰ ਦੇ ਮੈਦਾਨ, KHADDAR, ਖੱਦਰ ਦੇ ਮੈਦਾਨ ਕਿਹਾ ਜਾਂਦਾ ਹੈ। ਯਾਦ ਰੱਖਿਓ, ਇੱਕ ਵਾਰੀ ਪੇਪਰ 'ਚ ਕੁਐਸਚਨ ਆਇਆ ਹੈ ਸਟੱਡੀ ਆਫ ਸੋਇਲ, ਮਿੱਟੀਆਂ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ? ਤਾਂ ਸਟੱਡੀ ਆਫ ਸੋਇਲ ਕਿਹਾ ਜਾਂਦਾ ਹੈ ਪੈਡੋਲੋਜੀ। ਸਟੱਡੀ ਆਫ ਸੋਇਲ ਕੀ ਕਿਹਾ ਜਾਂਦਾ ਹੈ? ਮਿੱਟੀਆਂ ਦੇ ਅਧਿਐਨ ਨੂੰ ਪੈਡੋਲੋਜੀ ਕਿਹਾ ਜਾਂਦਾ ਹੈ। ਯਾਦ ਰੱਖਿਓ। ਹੁਣ ਇੱਕ ਕੁਐਸਚਨ ਆਉਂਦਾ ਹੈ ਕਿ ਕਿਹੜੀ ਇਹੋ ਜਿਹੀ ਸੋਇਲ ਹੁੰਦੀ ਹੈ ਜਿਹਦੇ ਵਿੱਚ ਕਲਟੀਵੇਟ ਕਰਨਾ, ਕਲਟੀਵੇਟ ਕਰਨ ਦਾ ਮਤਲਬ ਕੋਈ ਵੀ ਚੀਜ਼ ਬੀਜਣੀ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ। 8 ਮਿੱਟੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਲਟੀਵੇਟ ਬੀਜਣਾ ਕਿਹੜੀ ਮਿੱਟੀ 'ਚ ਔਖਾ ਹੈ? ਤਾਂ ਉਹ ਹੈਗੀ ਹੈ ਸੈਂਡੀ ਸੋਇਲ। ਸੈਂਡੀ ਸੋਇਲ, ਸੈਂਡੀ ਸੋਇਲ ਜਿਹਨੂੰ ਤੁਸੀਂ ਚਿਕਨੀ ਜਾਂ ਰੇਤਲੀ ਮਿੱਟੀ ਵੀ ਕਹਿੰਦੇ ਹੋ। ਚਿਕਨੀ ਜਾਂ ਕਿਹੜੀ ਮਿੱਟੀ ਕਹਿੰਦੇ ਹੋ? ਰੇਤਲੀ ਮਿੱਟੀ। ਕੁਐਸਚਨ ਹੈ NCERT ਦੀ ਬੁੱਕ ਦਾ, ਉੱਥੋਂ ਹੀ ਚੱਕਿਆ ਹੈ ਕਿ ਕਿਹੜੀ ਮਿੱਟੀ ਹੈ ਜਿਹਦੇ ਵਿੱਚ ਕਲਟੀਵੇਟ ਕਰਨਾ, ਕਲਟੀਵੇਟ ਮਤਲਬ ਬੀਜਣਾ ਸਭ ਤੋਂ ਜ਼ਿਆਦਾ ਔਖਾ ਹੈ। ਤਾਂ ਤੁਸੀਂ ਬੱਚੋ ਟਿਕ ਮਾਰੋਗੇ ਕਿਹੜੀ ਹੈ ਉਹ? ਸੈਂਡੀ ਸੋਇਲ। ਐਗਰੀਕਲਚਰ ਨਾਲ ਗੱਲ ਚੱਲੀ ਹੈ, ਇੱਕ ਹੋਰ ਕੁਐਸਚਨ, ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ, ਹਰਿਤ ਕ੍ਰਾਂਤੀ। ਕੁਐਸਚਨ ਆਂਦਾ ਹੈ ਗ੍ਰੀਨ ਰੈਵੋਲੂਸ਼ਨ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਨਾਰਮਨ ਬੋਰਲਾਜ ਨੂੰ। ਵੈਰੀ ਇੰਪੋਰਟੈਂਟ। ਪੂਰੀ ਦੁਨੀਆ 'ਚ ਹਰਿਤ ਕ੍ਰਾਂਤੀ ਲੈ ਕੇ ਆਉਣ ਵਾਲਾ ਪਹਿਲਾ ਵਿਅਕਤੀ ਨਾਰਮਨ ਬੋਰਲਾਜ ਸੀ। ਜੇ ਪੁੱਛਿਆ ਜਾਵੇ ਗ੍ਰੀਨ ਰੈਵੋਲੂਸ਼ਨ ਇੰਡੀਆ 'ਚ ਕੌਣ ਲੈ ਕੇ ਆਇਆ, ਤਾਂ ਗ੍ਰੀਨ ਰੈਵੋਲੂਸ਼ਨ ਇੰਡੀਆ 'ਚ ਲੈ ਕੇ ਆਏ MS ਸਵਾਮੀਨਾਥਨ। MS ਸਵਾਮੀਨਾਥਨ, father of green revolution in India, MS ਸਵਾਮੀਨਾਥਨ। father of green revolution in the world, ਨਾਰਮਨ ਬੋਰਲਾਜ। ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਠੀਕ ਹੈ ਬੱਚੋ। ਚਲੋ ਬੱਚੋ ਕੁਐਸਚਨ ਮੂਵ ਕਰਦੇ ਆ ਨੈਕਸਟ 15th ਕੁਐਸਚਨ ਤੇ ਆਪਾਂ ਮੂਵ ਕਰਦੇ ਆ। ਵੈਰੀ ਗੁੱਡ ਕੁਐਸਚਨ ਹੈ। ਇਹ ਦੋਨੋਂ ਕੁਐਸਚਨ ਜਿਹੜੇ ਨੇ, ਚਾਹੇ 14ਵਾਂ ਹੋ ਗਿਆ ਚਾਹੇ 15ਵਾਂ, ਇਹ ਦੋਨੋਂ ਕੁਐਸਚਨ ਐਗਰੀਕਲਚਰ ਆਫ ਇੰਡੀਆ ਤੋਂ ਪੁੱਛੇ ਗਏ ਨੇ। ਇੱਕ ਤਰੀਕੇ ਦੀ ਫਾਰਮਿੰਗ ਹੁੰਦੀ ਹੈ ਖੇਤੀ, ਜਿਹਨੂੰ ਅਸੀਂ ਝੂਮ ਫਾਰਮਿੰਗ ਬੋਲਦੇ ਹਾਂ। ਇਹ ਕੀ ਹੁੰਦੀ ਹੈ ਪਹਿਲਾਂ ਤਾਂ ਇਹ ਸਮਝਣਾ ਹੈ। ਝੂਮ ਫਾਰਮਿੰਗ ਹੁੰਦੀ ਕੀ ਹੈ? ਠੀਕ ਹੈ, ਝੂਮ ਫਾਰਮਿੰਗ ਹੈ ਜਿਹੜੀ ਜ਼ਿਆਦਾਤਰ ਉਹਨਾਂ ਇਲਾਕਿਆਂ 'ਚ ਕੀਤੀ ਜਾਂਦੀ ਹੈ ਜਿੱਥੇ ਟ੍ਰਾਈਬ ਯਾਨੀ ਕਿ ਆਦੀਵਾਸੀ ਕਬੀਲੇ ਦੇ ਲੋਕ ਰਹਿੰਦੇ ਹਨ, ਜਾਂ ਫਿਰ ਜਿੱਥੇ ਹਿਲੀ ਏਰੀਆ, ਪਹਾੜੀ ਇਲਾਕਾ ਹੈ। ਮੈਦਾਨੀ ਇਲਾਕਾ ਦੇ ਵਿੱਚ
ਕਦੇ ਵੀ ਝੁਮ ਕਲਟੀਵੇਸ਼ਨ ਨਹੀਂ ਹੁੰਦਾ। ਹੁਣ ਝੁਮ ਕਲਟੀਵੇਸ਼ਨ ਹੁੰਦਾ ਕੀ ਹੈ, ਧਿਆਨ ਨਾਲ ਸਮਝਣਾ ਹੈ। ਮੰਨ ਕੇ ਚੱਲੋ ਆ ਕੋਈ ਪਹਾੜੀ ਇਲਾਕਾ ਹੈ, ਉਰੇ ਸਾਡੇ ਕੋਲੇ ਜੰਗਲ ਹੈ, ਕੋਈ ਪਹਾੜੀ ਇਲਾਕਾ ਹੈ, ਉਰੇ ਸਾਡੇ ਕੋਲੇ ਕੀ ਹੈ ਬੱਚੋ, ਜੰਗਲ ਹੈ। ਤਾਂ ਆਦੀਵਾਸੀ ਲੋਕ ਕੀ ਕਰਦੇ ਨੇ, ਸਭ ਤੋਂ ਪਹਿਲਾਂ ਇਸ ਜੰਗਲ ਨੂੰ ਕੱਟ ਦੇਣਗੇ, ਪੇੜਾਂ ਨੂੰ ਕੱਟ ਦੇਣਗੇ, ਕਿਉਂਕਿ ਖੇਤੀ ਕਰਨ ਵਾਸਤੇ ਜ਼ਮੀਨ ਚਾਹੀਦੀ ਹੈ। ਪੇੜਾਂ ਨੂੰ ਕੱਟ ਕੇ ਅੱਗ ਲਾ ਦੇਣਗੇ। ਪੇੜਾਂ ਨੂੰ ਕੱਟ ਕੇ ਅੱਗ ਜਦ ਲਾਣਗੇ ਤਾਂ ਉਰੇ ਪੇੜਾਂ ਦੀ ਰਾਖ ਬਣ ਜੂਗੀ। ਇਸ ਰਾਖ ਨੂੰ ਮਿੱਟੀ ਦੇ ਵਿੱਚ ਹੀ ਮਿਲਾ ਦੇਣਗੇ ਖਾਦ ਦੇ ਤੌਰ ਤੇ। ਜਦ ਮਿੱਟੀ ਦੇ ਵਿੱਚ ਖਾਦ ਦੇ ਤੌਰ ਤੇ ਮਿਲਾ ਦੇਣਗੇ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਜੂਗੀ, ਤਾਂ ਉਰੇ ਖੇਤੀ ਕੀਤੀ ਜਾਊਗੀ। ਉਰੇ ਕੀ ਕੀਤੀ ਜਾਊਗੀ, ਖੇਤੀ ਕੀਤੀ ਜਾਊਗੀ। 2 ਸਾਲ 2.5 ਸਾਲ 3 ਸਾਲ ਉਰੇ ਖੇਤੀ ਕਰਨਗੇ ਬਿਨਾਂ ਕਿਸੇ ਰੇ ਖਾਦ ਤੋਂ। ਜਦੋਂ ਉਹਨਾਂ ਨੂੰ ਲੱਗੂਗਾ ਵੀ ਇਸ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਗਈ ਤਾਂ ਉਹ ਇਸ ਜ਼ਮੀਨ ਨੂੰ ਛੱਡ ਕੇ ਕਿਸੇ ਹੋਰ ਜ਼ਮੀਨ ਤੇ ਚਲੇ ਜਾਣਗੇ। ਮੰਨ ਲਓ 1 ਕਿਲੋਮੀਟਰ ਦੂਰ ਚਲੇ ਗਏ, ਉੱਥੇ ਜਾ ਕੇ ਫੇਰ ਉਹਨਾਂ ਨੇ ਉਵੇਂ ਕਰਨਾ ਹੈ। ਉੱਥੇ ਦੇ ਜੰਗਲਾਂ ਦੇ ਵਿੱਚ ਜਿਹੜੇ ਪੇੜ ਨੇ ਉਹਨਾਂ ਨੂੰ ਕੱਟਣਾ, ਅੱਗ ਲਾਣੀ ਹੈ, ਅੱਗ ਲਾ ਕੇ ਰਾਖ ਬਣਾ ਦੇਣੀ ਹੈ, ਇਸੀ ਮਿੱਟੀ ਦੇ ਵਿੱਚ ਖਾਦ ਦੇ ਤੌਰ ਤੇ ਮਿਲਾ ਦੇਣਾ ਹੈ। ਫਿਰ ਉਰੇ 2-3 ਸਾਲ ਖੇਤੀ ਕਰਨਗੇ। ਜਦ ਉਰੇ ਪਤਾ ਲੱਗੂਗਾ ਵੀ ਉਰੇ ਵੀ ਉਪਜਾਊ ਸ਼ਕਤੀ ਘਟ ਗਈ ਤਾਂ ਸ਼ਿਫਟ ਹੋ ਕੇ ਵਾਪਸ ਉਰੇ ਆ ਜਾਣਗੇ। ਫਿਰ ਉਰੇ 2-3 ਸਾਲ ਖੇਤੀ, ਉਰੋਂ ਸ਼ਿਫਟ ਹੋ ਕੇ ਵਾਪਸ ਇੱਥੇ ਆ ਜਾਣਗੇ। ਇਸ ਤਰੀਕੇ ਦੀ ਖੇਤੀ ਨੂੰ ਅਸੀਂ ਝੁਮ ਕਲਟੀਵੇਸ਼ਨ ਕਹਿੰਦੇ ਆ। ਹੁਣ ਦੇਖੋ ਬਾਰੀ-ਬਾਰੀ ਸ਼ਿਫਟ ਕਰਦੇ ਆ ਨਾ, ਕਦੇ ਉਰੇ, ਇਸ ਲਈ ਝੁਮ ਕਲਟੀਵੇਸ਼ਨ ਨੂੰ ਕਦੇ-ਕਦੇ ਸ਼ਿਫਟਿੰਗ ਫਾਰਮਿੰਗ ਵੀ ਕਹਿ ਦਿੰਦੇ ਨੇ। ਇਸ ਲਈ ਝੁਮ ਕਲਟੀਵੇਸ਼ਨ ਨੂੰ ਕਦੇ-ਕਦੇ ਸ਼ਿਫਟਿੰਗ ਫਾਰਮਿੰਗ ਵੀ ਕਹਿ ਦਿੰਦੇ ਨੇ। ਵੈਰੀ ਵੈਰੀ ਇੰਪੋਰਟੈਂਟ ਹੈ। ਹੁਣੀ ਮੈਂ ਦੱਸਿਆ ਵੀ ਜਾਂ ਤਾਂ ਇਹ ਪਹਾੜੀ ਇਲਾਕਿਆਂ 'ਚ ਹੋਊ ਜਾਂ ਟ੍ਰਾਈਬਲ ਏਰੀਆ 'ਚ, ਠੀਕ ਹੈ, ਮੈਦਾਨੀ ਇਲਾਕਿਆਂ 'ਚ ਨਹੀਂ ਹੋਊ। ਹੁਣ ਹਰਿਆਣਾ ਤੇ ਪੰਜਾਬ ਤਾਂ ਮੈਦਾਨੀ ਇਲਾਕੇ ਨੇ, ਇਸ ਲਈ ਹਰਿਆਣਾ 'ਚ ਝੁਮ ਕਲਟੀਵੇਸ਼ਨ ਨਹੀਂ ਹੁੰਦਾ। ਇਹ ਗੱਲ ਯਾਦ ਰੱਖਣ ਵਾਲੀ ਹੈ। ਝੁਮ ਕਲਟੀਵੇਸ਼ਨ ਨੂੰ ਸ਼ਿਫਟਿੰਗ ਕਲਟੀਵੇਸ਼ਨ ਵੀ ਕਹਿੰਦੇ ਨੇ। ਜ਼ਿਆਦਾਤਰ ਇਹ ਅਸਾਮ, ਨਾਗਾਲੈਂਡ, ਮਿਜ਼ੋਰਮ, ਮਨੀਪੁਰ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ ਇਹਨਾਂ ਏਰੀਆ 'ਚ ਹੁੰਦੀ ਹੈ। ਕਦੇ ਵੀ ਪਲੇਨ ਏਰੀਆ 'ਚ ਨਹੀਂ ਹੋਊਗੀ, ਮੈਦਾਨੀ ਇਲਾਕਿਆਂ 'ਚ ਨਹੀਂ ਹੋਊ। ਪੰਜਾਬ ਅਤੇ ਹਰਿਆਣਾ ਦੀ ਜ਼ਮੀਨ ਤਾਂ ਪਲੇਨ ਹੈ, ਇਸ ਲਈ ਇਹਦਾ ਆਨਸਰ ਹਰਿਆਣਾ ਆਊਗਾ। ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਹੈ। ਇਸ ਤਰੀਕੇ ਦੀ ਖੇਤੀ ਕੀ ਸਰ ਇੰਡੀਆ ਤੋਂ ਬਾਹਰ ਵੀ ਹੁੰਦੀ ਹੈ? ਹਾਂਜੀ, ਇਸ ਤਰੀਕੇ ਦੀ ਖੇਤੀ ਇੰਡੀਆ ਤੋਂ ਬਾਹਰ ਵੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਇਸ ਤਰੀਕੇ ਦੀ ਖੇਤੀ ਮਲੇਸ਼ੀਆ 'ਚ ਵੀ ਕੀਤੀ ਜਾਂਦੀ ਹੈ, ਤੇ ਮਲੇਸ਼ੀਆ ਦੇ ਵਿੱਚ ਇਸ ਤਰੀਕੇ ਦੀ ਖੇਤੀ ਨੂੰ ਲਦਾਂਗ LADANG ਕਹਿੰਦੇ ਨੇ। ਲਦਾਂਗ ਇਹ ਸੀਟੈਟ ਦੇ ਪੇਪਰ ਦਾ ਕੁਐਸਚਨ ਹੈ। ਇਸ ਤਰੀਕੇ ਦੀ ਖੇਤੀ ਇੰਡੀਆ ਤੋਂ ਬਾਹਰ ਵੀ ਹੁੰਦੀ ਹੈ, ਮਲੇਸ਼ੀਆ 'ਚ ਵੀ ਹੁੰਦੀ ਹੈ, ਰਸ਼ੀਆ 'ਚ ਵੀ ਹੁੰਦੀ ਹੈ, ਥਾਈਲੈਂਡ 'ਚ ਵੀ ਹੁੰਦੀ ਹੈ। ਠੀਕ ਹੈ ਜੀ, ਯਾਦ ਰੱਖਿਓ। ਮੱਧ ਪ੍ਰਦੇਸ਼ ਦੇ ਜਿਹੜੇ ਆਦੀਵਾਸੀ ਲੋਕ ਨੇ ਉਹ ਇਸ ਤਰੀਕੇ ਦੀ ਖੇਤੀ ਨੂੰ ਕੁਮਾਰੀ ਕਹਿੰਦੇ ਨੇ। ਮੱਧ ਪ੍ਰਦੇਸ਼ ਦੇ ਜਿਹੜੇ ਆਦੀਵਾਸੀ ਲੋਕ ਨੇ ਉਹ ਇਸ ਤਰੀਕੇ ਦੀ ਖੇਤੀ ਨੂੰ ਕੀ ਕਹਿੰਦੇ ਨੇ? ਕੁਮਾਰੀ ਕਹਿੰਦੇ ਨੇ। ਵੈਰੀ 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 ਇੰਪੋਰਟੈਂਟ ਕੁਐਸਚਨ, ਯਾਦ ਰੱਖਿਓ, ਗੁੱਡ ਕੁਐਸਚਨ ਹੈ। ਲੈਨੇ ਆ ਬੱਚੋ ਅੱਜ ਦਾ ਆਖਰੀ ਕੁਐਸਚਨ। ਇਸ ਕੁਐਸਚਨ 'ਚ ਪੁੱਛਿਆ ਗਿਆ ਹੈ ਕਿ ਭਾਰਤ ਦੇ ਵਿੱਚ ਜਿੰਨਾ ਵੀ ਪੈਟਰੋਲੀਅਮ ਪ੍ਰੋਡਕਸ਼ਨ ਹੁੰਦਾ ਹੈ ਉਹਦਾ 63% ਹਿੱਸਾ ਸਿਰਫ ਨੀਚੋਂ ਲਿਖੇ ਹੋਏ ਕਿਸੇ ਇੱਕ ਆਪਸ਼ਨ 'ਚ ਹੁੰਦਾ ਹੈ। ਇਹ ਕੁਐਸਚਨ ਹੈ ਮਿਨਰਲਸ। ਮਿਨਰਲਸ 'ਚ ਬਹੁਤ ਕੁਐਸਚਨ ਪੁੱਛਦੇ ਨੇ। ਮਿਨਰਲਸ ਕੀ ਹੁੰਦੇ ਨੇ? ਖਣਿਜ ਪਦਾਰਥ। ਖਣਿਜ ਪਦਾਰਥ ਕੀ ਹੁੰਦੇ ਨੇ? ਜਿਹੜੀ ਚੀਜ਼ਾਂ ਧਰਤੀ ਦੇ ਨੀਚੋਂ ਖੁਦਾਈ ਕਰਕੇ ਕੱਢੀ ਜਾਂਦੀਆਂ ਨੇ। ਕਹਿੰਦਾ ਇਹਨਾਂ ਦੇ ਵਿੱਚੋਂ ਜਿੰਨਾ ਵੀ ਭਾਰਤ 'ਚ ਪੈਟਰੋਲ ਨਿਕਲਦਾ ਧਰਤੀ ਦੇ ਨੀਚੋਂ 63% ਇੱਕ ਜਗ੍ਹਾ 'ਚੋਂ ਨਿਕਲਦਾ। ਉਹ ਕਿਹੜਾ ਹੈ? ਉਹ ਹੈਗਾ ਮੁੰਬਈ ਹਾਈ। 63% ਪੂਰੇ ਭਾਰਤ 'ਚ ਜਿੰਨਾ ਵੀ ਪੈਟਰੋਲ ਪਾਇਆ ਜਾਂਦਾ ਉਹ ਕੱਲਾ ਮੁੰਬਈ ਹਾਈ 'ਚੋਂ ਨਿਕਲਦਾ ਹੈ। 18% ਕੱਲਾ ਹਿੱਸਾ ਗੁਜਰਾਤ 'ਚੋਂ ਨਿਕਲਦਾ ਹੈ। 16% ਕੱਲਾ ਹਿੱਸਾ ਅਸਾਮ 'ਚੋਂ ਨਿਕਲਦਾ ਹੈ। NCERT ਦਾ ਲੇਟੈਸਟ ਡਾਟਾ ਹੈ, ਯਾਦ ਰੱਖਿਓ। ਕੁਐਸਚਨ ਆਉਂਦਾ ਹੈ ਇੰਡੀਆ ਦੀ ਪਹਿਲੀ ਪੈਟਰੋਲੀਅਮ ਇੰਡਸਟਰੀ ਹੈ ਜਿਹੜੀ, ਪੈਟਰੋਲੀਅਮ ਇੰਡਸਟਰੀ ਕਹਿ ਲਓ ਜਾਂ ਪੈਟਰੋਲੀਅਮ ਰਿਫਾਈਨਰੀ ਕਹਿ ਲਓ, ਉਹ ਕਿੱਥੇ ਲੱਗੀ ਸੀ? ਉਹ ਲੱਗੀ ਸੀ ਡਿਗਬੋਈ 'ਚ। ਡਿਗਬੋਈ ਕਿੱਥੇ ਹੈ? ਅਸਾਮ 'ਚ। 1956 'ਚ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ, ਯਾਦ ਰੱਖਿਓ। ਇਸ ਤੋਂ ਇਲਾਵਾ ਕੁਐਸਚਨ ਆਉਂਦਾ ਹੈ ਇੰਡੀਆ ਦੀ ਪਹਿਲੀ ਕੋਇਲੇ ਦੀ ਖਾਨ, ਕੋਲ ਮਾਈਨ ਕਿੱਥੇ ਸੀ? ਪਹਿਲੀ ਕੋਇਲੇ ਦੀ ਖਾਨ ਕਿੱਥੇ ਲੱਗੀ ਸੀ? ਇੰਡੀਆ ਦੀ ਪਹਿਲੀ ਕੋਇਲੇ ਦੀ ਖਾਨ ਲੱਭੀ ਸੀ ਰਾਨੀਗੰਜ 'ਚ। ਰਾਨੀਗੰਜ ਝਾਰਖੰਡ ਦੇ ਵਿੱਚ ਹੈ। ਪਹਿਲੀ ਕੋਇਲੇ ਦੀ ਖਾਨ ਕਿੱਥੇ ਖੁੱਲੀ ਸੀ? ਰਾਨੀਗੰਜ ਝਾਰਖੰਡ ਦੇ ਵਿੱਚ। ਠੀਕ ਹੈ, ਰਾਨੀਗੰਜ ਝਾਰਖੰਡ ਦੇ ਵਿੱਚ। ਰਾਨੀਗੰਜ ਹੈ ਜਿਹੜਾ ਝਾਰਖੰਡ ਦਾ ਇੱਕ ਜ਼ਿਲ੍ਹਾ ਹੈ, ਧਨਬਾਦ ਉਹਦੇ ਵਿੱਚ ਪਾਈ ਜਾਂਦੀ ਹੈ, ਧਨਬਾਦ ਜ਼ਿਲ੍ਹੇ 'ਚ। ਤੇ ਧਨਬਾਦ ਨੂੰ ਭਾਰਤ ਦੀ ਕੋਇਲੇ ਦੀ ਰਾਜਧਾਨੀ ਕਿਹਾ ਜਾਂਦਾ ਹੈ, ਕੋਲ ਕੈਪੀਟਲ ਆਫ ਇੰਡੀਆ।
ਵੈਰੀ ਇੰਪੋਰਟੈਂਟ। ਭਾਰਤ ਦੀ ਕੋਇਲੇ ਦੀ ਰਾਜਧਾਨੀ ਕਿਹਨੂੰ ਕਿਹਾ ਜਾਂਦਾ ਹੈ? ਧਨਬਾਦ ਨੂੰ। ਧਨਬਾਦ ਜ਼ਿਲ੍ਹੇ ਦੇ ਵਿੱਚ ਰਾਨੀਗੰਜ ਕੋਇਲੇ ਦੀ ਖਾਨ ਪਾਈ ਜਾਂਦੀ ਹੈ, ਜੋ ਕਿ ਝਾਰਖੰਡ ਰਾਜ ਦਾ ਹਿੱਸਾ ਹੈ, ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ। ਇੱਕ ਕੁਐਸਚਨ ਆਂਦਾ ਹੈ, ਇੱਕ ਫੇਮਸ ਡਾਇਮੰਡ ਦੀ ਜਿਹੜੀ ਖਾਨ ਹੈ ਨਾ, ਉਹਦਾ ਨਾਮ ਹੈ ਤੁਹਾਡੇ ਕੋਲੇ ਪੰਨਾ। ਫੇਮਸ ਡਾਇਮੰਡ ਖਾਨ ਹੈ ਪੰਨਾ, ਇਹ ਮੱਧ ਪ੍ਰਦੇਸ਼ ਰਾਜ 'ਚ ਪਾਈ ਜਾਂਦੀ ਹੈ, ਯਾਦ ਰੱਖਿਓ। ਇੱਕ 골ਡ ਦੀ ਖਾਨ ਹੈ ਕੋਲਾਰ 골ਡ ਮਾਈਨਸ, ਜਿਹਦੇ ਉੱਤੇ KGF ਮੂਵੀ ਬਣੀ ਹੈ, ਬੜੀ ਮਸ਼ਹੂਰ, ਜੇ ਤੁਸੀਂ ਦੇਖੀ ਹੋਵੇ। ਕੋਲਾਰ 골ਡ ਮਾਈਨਸ ਹੈ ਜਿਹੜੀ ਕਰਨਾਟਕਾ 'ਚ ਪਾਈ ਜਾਂਦੀ ਹੈ, ਤੇ ਇਹ ਏਸ਼ੀਆ ਦੀ ਸਭ ਤੋਂ ਡੂੰਘੀ ਕੋਇਲੇ ਦੀ ਖਾਨ ਹੈ, ਏਸ਼ੀਆਜ਼ ਡੀਪੈਸਟ ਕੋਇਲੇ ਦੀ ਖਾਨ ਹੈ। ਤਾਂ ਬੱਚੋ ਰਿਕੁਐਸਟ ਹੈ, ਜਿਸ ਤੋਂ ਪਹਿਲਾਂ 4 ਵੀਡੀਓ ਨਹੀਂ ਦੇਖੀਆਂ, ਵੀਡੀਓ ਜ਼ਰੂਰ ਦੇਖੋ। ਚੈਨਲ ਤੇ ਜਾਓ, ਪਲੇਲਿਸਟ ਤੇ ਜਾਓ, ਪਲੇਲਿਸਟ ਤੇ ਤੁਹਾਨੂੰ PS ਟੈਟ ਦੀਆਂ ਘੱਟੋ ਘੱਟ 35-40 ਵੀਡੀਓ ਫ੍ਰੀ ਮਿਲਣਗੀਆਂ। ਤੁਸੀਂ ਉਹੀ ਦੇਖ ਜੋ, ਤੁਹਾਡੇ ਰਿਜ਼ਲਟ 'ਚ 50% ਇੰਪਰੂਵਮੈਂਟ ਹੋ ਜੂਗੀ। ਮੇਰੀ ਹੈਲਪ ਚਾਹੀਦੀ ਹੈ, ਆਓ ਪੇਡ ਕੋਰਸ ज्वाइन करो, मिलके आप पढ़ांगे। थैंक यू सो मच।